ਕਿਹੜੀ ਪਾਰਟੀ ਨੇ ਪੰਜਾਬ ਦਾ ਵੱਧ ਵਿਕਾਸ ਕੀਤਾ? ਇੱਥੇ ਤਾਂ ਵਿਨਾਸ਼ ਸੁਗੀ ਨੇ ਕੀਤਾ, ਵਿਨਾਸ਼ ਸਾਰਿਆਂ ਨੇ ਵਿਨਾਸ਼ ਹੀ ਕੀਤਾ, ਵਿਕਾਸ ਕਿਸੇ ਨੇ ਨਹੀਂ ਕੀਤਾ। ਮੈਂ ਨੌਜਵਾਨਾਂ ਤੇ ਹੈਰਾਨ ਆ, ਝੰਡੀਆਂ ਚੱਕੀ ਜੇ ਬਾਪੂ ਕਹਿ ਦੇਵੇ, ਫਾਦਰ ਕਹਿ ਦੇਵੇ ਭਾਈ ਚਾਹ ਦਾ ਗਲਾਸ ਚੱਕ ਕੇ ਫੜਾ ਦੇ, ਉਹਦੇ ਲਈ ਸਮਾਂ ਹੈ ਨਹੀਂ। ਆ ਲੀਡਰਾਂ ਦੀ ਝੰਡੀਆਂ ਚੱਕ ਕੇ ਖੰਭਿਆਂ ਤੇ ਬਾਂਦਰਾਂ ਵਾਂਗੂ ਚੜੇ ਫਿਰਦੇ ਨੇ। ਦੱਸੋ ਤੁਹਾਨੂੰ ਕੀ ਦੇਣਾ ਇਹਨਾਂ ਲੀਡਰਾਂ ਨੇ? ਪੰਜਾਬ ਦਾ ਨੌਜਵਾਨ ਆਪਣੇ ਫਰਜ਼ ਨਹੀਂ ਪਛਾਣਦਾ। ਮੈਂ ਕਹਿੰਦਾ ਵੀ ਚਾਹੇ ਤੁਸੀਂ ਟਰੂਡੋ ਨੂੰ ਲਿਆ ਕੇ ਇੱਥੋਂ ਸੀਐਮ ਖੜਾ ਦਿਓ ਤਾਂ ਵੀ ਕੁਝ ਨਹੀਂ ਹੋਣਾ। ਕੀ ਲੱਗਦਾ ਕਿਹੜੀ ਪਾਰਟੀ ਨੇ ਵੱਧ ਵਿਕਾਸ ਕੀਤਾ ਪੰਜਾਬ 'ਚ? ਅਕਾਲੀ ਦਲ ਨੇ ਕੀਤਾ ਜੀ। ਅਕਾਲੀ ਦਲ ਕਿਉਂ ਪਸੰਦ? 10 ਸਾਲ ਦੇਖੇ ਵਿਕਾਸ ਅਕਾਲੀ ਦਲ ਨੇ ਕੀਤਾ, ਕਾਂਗਰਸ ਨੇ ਕੀਤਾ ਹੀ ਨਹੀਂ। ਨਰਿੰਦਰ ਸਿੰਘ ਨੇ ਜਦੋਂ ਅਸਤੀਫਾ ਦਿੱਤਾ ਸੀ, ਸੀਐਮ ਚਰਨਜੀਤ ਸਿੰਘ ਚੰਨੀ ਆਏ, ਕਹਿੰਦੇ ਮੈਂ ਆਮ ਆਦਮੀ ਹਾਂ ਤੇ ਮੈਂ ਲੋਕਾਂ ਦੇ ਵਿੱਚ ਵਿਚਰਦਾ। ਆ ਤੁਹਾਨੂੰ ਪਤਾ ਹੀ ਲੱਗਿਆ, ਉਹਨਾਂ ਦਾ ਭਾਂਜਾ ਫੜਿਆ ਗਿਆ 10 ਕਰੋੜ 3 ਮਹੀਨਿਆਂ 'ਚ 300 ਕਰੋੜ ਅੰਦਰ ਕਰ ਲਿਆ ਉਹਨਾਂ ਨੇ। 5 ਸਾਲ ਦੇ ਦਿੱਤੇ, ਫਿਰ ਤਾਂ ਦੇਖੋ ਅੱਧਾ ਪੰਜਾਬ ਉਹਨਾਂ ਦੇ ਘਰੇ ਲੁੱਟ ਕੇ ਖਾ ਜਾਣਗੇ। ਦਿੱਲੀ ਵਾਲੇ ਪਹਿਲਾਂ ਪੰਜਾਬ ਨੂੰ ਥੱਲੇ ਲਾ ਕੇ ਖੁਸ਼ ਹੈ। ਪੰਜਾਬ 'ਚ ਪੰਜਾਬ ਦਾ ਬੰਦਾ ਚਾਹੀਦਾ। ਕਹਿੰਦੇ ਭਗਵੰਤ ਮਾਨ ਤਾਂ ਪੰਜਾਬ ਦਾ ਹੈ। ਭਗਵੰਤ ਮਾਨ ਕੱਲਾ ਕੀ ਕਰੂ ਜਦ ਚਾਬੀ ਉੱਪਰ ਉਹਨਾਂ ਕੋਲ ਹੈ? ਚਾਬੀ ਕੇਰੀ ਵਾਲੇ ਜਿਵੇਂ ਕਹਿਣਾ ਉਵੇਂ ਕਰਨਾ। ਤੁਸੀਂ ਦੇਖ ਸਕਦੇ ਹੋ ਹਰ ਪਾਸੇ ਰੋਡਾਂ ਟੁੱਟੀਆਂ ਪਈਆਂ। ਆ ਪੱਖਾ ਰੋਡ ਉੱਤੇ ਤੁਸੀਂ ਚੱਲ ਜਾਓ, ਮੇਨ ਸੰਘਣੀ ਆਬਾਦੀ ਆ, ਉੱਥੇ ਟ੍ਰੈਫਿਕ ਲਾਈਟ ਹੈ ਨਹੀਂ ਗੀ। ਸਾਰਾ ਬੋਝ ਪੁਲਿਸ ਉੱਤੇ ਪਾਇਆ ਵਾ ਵੀ ਭਾਈ ਜੇ ਰਾਹੁਲ ਗਾਂਧੀ ਆਉਂਦਾ ਜਾਂ ਕੈਪਟਨ ਅਮਰਿੰਦਰ ਆਉਂਦਾ ਜਾਂ ਚੰਨੀ ਜੀ ਆਉਂਦੇ ਜਾਂ ਉੱਥੇ ਜਾ ਕੇ ਖੜ੍ਹ ਜਾਓ, ਪਰ ਆਮ ਲੋਕਾਂ ਨੂੰ ਆਪੇ ਇੱਕ ਦੂਜੇ 'ਚ ਕਹਿੰਦੇ ਆ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਆ। ਐਡੀ ਵੱਡੀ ਨਲਾਇਕੀ ਸਰਕਾਰਾਂ ਦੀ, ਕਹਿੰਦੇ 10 ਲੱਖ ਦਾ ਲੋਨ ਦੇਵਾਂਗੇ ਬੱਚੇ ਬਾਹਰ ਭੇਜਦੇ। ਕਹਿੰਦੇ ਕਿ ਅਸੀਂ 10 ਲੱਖ ਤਾਂ ਦੇ ਰਿਹਾ ਤਾਂ ਕਿ ਜੇਕਰ ਤੁਸੀਂ ਕਿਸੇ ਵਧੀਆ ਕਾਲਜ ਯੂਨੀਵਰਸਿਟੀ ਭਾਰਤ ਦੇ ਵਿੱਚ ਹੀ ਪੜ੍ਹਨਾ। ਇਸ ਦਾ ਮਤਲਬ ਸਰਕਾਰਾਂ ਬੁਰੀ ਤਰ੍ਹਾਂ ਫੇਲ ਨੇ। ਉਹ ਨੌਕਰੀ ਤਾਂ ਦੇਣੀ ਨਹੀਂ। ਉਹ ਕਹਿੰਦੇ ਆ ਵੀ ਲੋਕ ਬਾਹਰ ਜਾਣਾ ਪਸੰਦ ਕਰਦੇ, ਇਹ ਵੀ ਟੀਕਾ ਲਾ ਦਿਓ, ਇਹ ਮਿੱਠੀ ਗੋਲੀਆਂ ਅੱਗੇ ਵੀ ਦੇਈ ਜਾਂਦੇ ਆ। ਕਾਂਗਰਸ ਨੇ ਬੜੇ ਵਾਅਦੇ ਕੀਤੇ, ਕਿ ਉਹ ਵਾਅਦੇ ਪੂਰੇ ਹੋ ਗਏ? ਮੈਨੂੰ ਨਹੀਂ ਲੱਗਦਾ ਕਾਂਗਰਸ ਨੇ ਕੋਈ ਕੀਤਾ ਵਾਅਦਾ ਪੂਰਾ ਕੀਤਾ। ਬੜਾ ਨੌਜਵਾਨ ਪਿਛਲੇ 5 ਸਾਲਾਂ ਦੇ ਵਿੱਚ ਬਾਹਰ ਗਿਆ। ਤੁਹਾਨੂੰ ਕੀ ਲੱਗਦਾ ਕਿ ਕਿਹੜੀ ਪਾਰਟੀ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਰਹਿਣ ਲਈ ਉਤਸ਼ਾਹਿਤ ਕਰ ਸਕਦੀ? ਐਜੂਕੇਟਡ ਲੋਕ ਜਿਹੜੇ ਨੇ BA BEd MEd ਕੀਤੇ ਹੋਏ ਜਿਹੜੇ ਧੱਕੇ ਖਾ ਰਹੇ ਨੇ, ਆ, ਉਹ ਵੀ ਧੱਕੇ ਖਾ ਡਾਂਗਾ ਰਹੇ ਖਾ ਰਹੇ। ਇਸ ਵਾਰ ਫਿਰ ਕੀ ਲੱਗਦਾ ਕਿ ਕਿਸ ਦੀ ਹਵਾ ਹੈ, ਕਿਸ ਦੀ ਸਰਕਾਰ ਆ ਸਕਦੀ ਹੈ? ਆਮ ਆਦਮੀ। डेली पोस्ट पंजाबी देख रहे तमाम दर्शकों का मैं सुमन जेटली स्वागत करती हाँ। मेरे नाल मेरी सहयोगी जसनूर और ESS ग्लोबल चोण अखाड़ा देख रहे सारे ही दर्शकों को असीं कहांगे कि तुसीं अज कॉमेंट्स राही साडे नाल जरूर जुड़ना और अज असीं लोकां दी राय जाननी है। ओपीनियन पोल है, लुधियाना शहर के लोग की सोचते हैं। जसनूर, विधान सभा चोणां नज़दीक ने, 20 फरवरी नूं वोटां पैणीआं ने और अज इत्थे असीं देख सकते हैं लुधियाना शहर की वड्डी मार्केट है। गलबात करांगे कांग्रेस सरकार की कारगुजारी नूं लैके, होर बाकी पार्टियां नूं लैके गलबात करांगे। चोणां तो पहलां अक्सर घरां दे विच जसनूर गलबात हुंदी रहिंदी है, डिस्कशन हुंदियां रहिंदियां ने पार्टियां नूं लैके, लीडरां नूं लैके। जी, अज लुधियाना की सब तो वड्डी मार्केट पहुंचे हैं, जिथे नौजवान पीढ़ी सब तो वध मौजूद रहिंदी है। नौजवानों की फेवरेट मार्केट है। तो जाणांगे कि नौजवान पीढ़ी की सोचती है, क्योंकि आने वाला भविख नौजवान पीढ़ी ने तय करना है। तो उन्हां नाल गलबात करांगे, जाणांगे कि नौजवान पीढ़ी की कहंदी है। बजुर्ग भी इत्थे होणगे तां लगातार गल्लां होणगीਆਂ, क्योंकि चोणां बेहद नज़दीक ने ते फैसला करन लई समय बहुत घट रह गए ते वख-वख पार्टियां मैनीफेस्टोस पेश कर रही ने। तो किस दे हवाले हुण पंजाबियां ने पंजाब की कमांड सौंपनी है, 20 फरवरी ਨੂੰ ਤੈਅ ਕਰਨਗੇ। ਪਰ ਹਾਲਾਂਕਿ ਅੱਜ ਜ਼ਰੂਰ ਦੇਖਦੇ ਹਾਂ, ਜਾਣਦੇ ਹਾਂ ਕਿ ਕਿਸ ਦੇ ਹੱਕ ਦੇ ਵਿੱਚ ਨੇ ਪੰਜਾਬੀ। ESS ਗਲੋਬਲ ਚੋਣ ਅਖਾੜੇ ਦੇ ਵਿੱਚ ਹਾਲਾਂਕਿ ਅਸੀਂ ਜਾਣਦੇ ਹਾਂ ਕਿ ਲੋਕਾਂ ਦੀ ਰਾਏ ਅਸੀਂ ਜਾਣਾਂਗੇ, ਪਰ ਇੱਥੇ ਅਸੀਂ ਦੱਸ ਦਈਏ ਕਿ ਸਿਰਫ ਲੀਡਰਾਂ ਦੀਆਂ ਜਾਂ ਪਾਰਟੀਆਂ ਦੀਆਂ ਕਿਸਮਤ ਦਾ ਫੈਸਲਾ ਨਹੀਂ ਹੋਣਾ, ਲੋਕਾਂ ਦੀ ਕਿਸਮਤ ਦਾ ਫੈਸਲਾ ਵੀ ਹੋਣਾ ਹੈ। ਤਾਂ ਤੁਸੀਂ ਵੋਟ ਸੋਚ ਕੇ ਪਾਣੀ ਹੈ। ਤੇ ਆਓ ਜਾਣਦੇ ਹਾਂ ਕਿ ਆਹ 5 ਸਾਲ ਜਿਹੜੇ ਨੇ ਕਿਸ ਤਰ੍ਹਾਂ ਦੇ ਲਏ ਨੇ। ਕਾਂਗਰਸ ਸਰਕਾਰ ਨੇ ਇਹਨਾਂ 5 ਸਾਲਾਂ ਦੇ ਵਿੱਚ ਕੀ ਕੀਤਾ ਹੈ। 4.5 ਸਾਲਾਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇ ਦਿੱਤਾ ਔਰ ਚਰਨਜੀਤ ਸਿੰਘ ਚੰਨੀ ਨੇ 111 ਦਿਨਾਂ ਦਾ ਮੁੱਖ ਮੰਤਰੀ ਬਣ ਕੇ ਆਖਿਰਕਾਰ ਜਦੋਂ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ ਤਾਂ ਕੀ ਹੁਣ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾਈ। ਹਾਲਾਂਕਿ ਕਾਂਗਰਸ ਹਾਈ ਕਮਾਨ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਚਿਹਰਾ ਐਲਾਨ ਚੁੱਕੀ ਹੈ। ਜਸੂਰ ਅਸੀਂ ਜਾਣ ਲੈਂਦੇ ਹਾਂ ESS ਗਲੋਬਲ ਚੋਣ ਅਖਾੜਾ ਦੇ ਵਿੱਚ ਅੱਜ ਅਸੀਂ ਲੋਕਾਂ ਦੀ ਰਾਏ ਲੋਕਾਂ ਤੱਕ ਹੀ ਪਹੁੰਚਾਵਾਂਗੇ। ਤਾਂ ਜਿਹੜੇ ਤੁਸੀਂ ਦੇਖ ਰਹੇ ਹੋ ਸਾਡੇ ਨਾਲ ਕਮੈਂਟਸ ਰਾਹੀਂ ਜ਼ਰੂਰ ਜੁੜਿਓ। ਲੁਧਿਆਣਾ ਦੇ ਕਿਪਸ ਮਾਰਕੀਟ ਵਿੱਚ ਮੌਜੂਦ ਹੈ, ਲੋਕਾਂ ਨਾਲ ਗੱਲਬਾਤ ਕਰ ਰਹੇ ਹਾਂ। ਚੋਣਾਂ ਬੇहद ਨਜ਼ਦੀਕ ਨੇ ਤਾਂ ਪੁੱਛਣਾ ਚਾਹੁੰਦੇ ਹਾਂ ਕਿ ਆਖਿਰ ਕਿਹੜੀ ਪਾਰਟੀ ਤੁਹਾਨੂੰ ਲੱਗਦਾ ਕਿ ਡੋਮੀਨੇਟ ਕਰ ਰਹੀ ਹੈ, ਕਿਉਂਕਿ 5 ਸਾਲ ਪਿਛਲੇ ਕਾਂਗਰਸ ਸੱਤਾ ਦੇ ਵਿੱਚ ਰਹੀ ਹੈ। ਕਾਂਗਰਸ ਨੇ ਬੜੇ ਵਾਅਦੇ ਕੀਤੇ, ਕਿ ਉਹ ਵਾਅਦੇ ਪੂਰੇ ਹੋ ਗਏ? ਮੈਨੂੰ ਨਹੀਂ ਲੱਗਦਾ ਕਾਂਗਰਸ ਨੇ ਕੋਈ ਕੀਤਾ ਵਾਅਦਾ ਪੂਰਾ ਕੀਤਾ, ਮਗਰ ਇੱਕ ਚੀਜ਼ ਪੱਕੀ ਐ, ਇਸ ਵੇਲੇ ਲੱਗਦਾ ਕਿਸੇ ਦੀ ਵੀ ਵਾਹ ਹੈ ਨਹੀਂ ਜਾਂ ਸਾਰਿਆਂ ਦੀ ਵਾਹ ਹੈਗੀ ਹੈ। ਆਮ ਆਦਮੀ ਪਾਰਟੀ ਆਪਣੀ ਜਗ੍ਹਾ ਕਲੇਮ ਕਰ ਰਹੀ ਹੈ ਤੇ ਅਕਾਲੀਆਂ ਦੀ ਆਪਣਾ ਬੇਸ ਵੋਟ ਹੈ ਹੀ ਹੈ ਤੇ ਕਾਂਗਰਸ ਵੀ ਆਪਣਾ ਜ਼ੋਰ ਲਾਉਣ ਲੱਗੀ ਹੈ। ਬਾਕੀ ਦੇਖੋ ਕਿਹਦੀ ਕਿਸਮਤ ਵਿੱਚ ਕਿਹੜੀ ਸਰਕਾਰ ਮਿਲਦੀ ਹੈ। ਕਿਹੜੀ ਪਾਰਟੀ ਨੇ ਸਭ ਤੋਂ ਵੱਧ ਵਿਕਾਸ ਕੀਤਾ, ਤੁਹਾਨੂੰ ਕੀ ਲੱਗਦਾ? ਮੈਨੂੰ ਨਹੀਂ ਲੱਗਦਾ ਪੰਜਾਬ ਵਾਸਤੇ ਕੋਈ ਵੀ ਪਾਰਟੀ ਕੋਈ ਜ਼ਿਆਦਾ ਸੀਰੀਅਸ ਰਹੀ ਹੈ। ਕੱਚੇ ਮੁਲਾਜ਼ਮਾਂ ਦੇ ਪੱਕੇ ਹੋਣ ਦੀ ਵੀ ਗੱਲ ਕੀਤੀ ਸੀ, ਘਰ ਘਰ ਨੌਕਰੀ ਦੀ ਗੱਲ ਕੀਤੀ ਸੀ। ਤੁਹਾਨੂੰ ਲੱਗਦਾ ਕਿ ਕਾਂਗਰਸ ਸਰਕਾਰ ਨੇ ਜਿਹੜੇ ਘਰ ਘਰ ਨੌਕਰੀ ਦਾ ਵਾਅਦਾ ਕੀਤਾ ਸੀ, ਸਮਾਰਟਫੋਨ ਦਾ ਵਾਅਦਾ ਕੀਤਾ ਗਿਆ, ਤਾਂ ਉਹ ਪੂਰਾ ਕੀਤਾ ਹੈ?
ਇਦਾਂ ਦੇ ਵਾਅਦੇ ਬਹੁਤ ਕੀਤੇ ਜਾਂਦੇ ਨੇ, ਪਤਾ ਨਹੀਂ ਹੁਣ ਕਿਸ ਪਾਸੇ ਗੱਲ ਕਿੱਧਰ ਦੀ ਕਿੱਧਰ ਜਾਂਦੀ ਹੈ। ਆਪਾਂ ਕੀ ਕਹਿ ਸਕਦੇ ਹਾਂ, ਕਿਉਂਕਿ ਕੱਚੀ ਨੌਕਰੀ, ਪੱਕੀ ਨੌਕਰੀ ਜਾਂ ਜਿਹੜੀ ਪੱਕੀ ਲੈ ਬੰਦੇ ਨੇ ਉਹ ਕੀ ਕਰਦੇ ਨੇ, ਇਹ ਸਭ ਅਜੀਬ ਜੀ ਖੇਡ। ਕੀ ਲੱਗਦਾ ਕਿ ਇਸ ਵਾਰ ਕਿਸ ਦੀ ਹਵਾ ਹੋ ਸਕਦੀ ਦੱਸ ਹੀ ਚੁੱਕਾ ਮੈਂ ਪਹਿਲਾਂ, ਤੁਹਾਨੂੰ ਐਕਸਪਲੇਨ ਕਰ ਚੁੱਕਾ। ਖਿਚੜੀ ਸਰਕਾਰ ਬਣ ਸਕਦੀ ਹੈ? ਮੇ ਵੀ ਪੂਰੇ ਚਾਂਸ ਹੈ ਖਿਚੜੀ ਤੁਸੀਂ ਬਣਨ ਦੇ। ਕਿਹਨੂੰ ਵੋਟ ਪਾ ਰਹੇ ਹੋ? ਹਾਂ, ਵੈਰੀ ਪਰਸਨਲ ਕੁਐਸਚਨ, ਸੌਰੀ ਆਈ ਕਾਂਟ ਡਿਸਕਲੋਜ਼। ਪਿਛਲੇ 5 ਸਾਲ ਕਾਂਗਰਸ ਸੱਤਾ ਦੇ ਵਿੱਚ ਰਹੀ ਹੈ, ਤੁਹਾਨੂੰ ਕੀ ਲੱਗਦਾ ਕਿ ਕਾਂਗਰਸ ਨੇ ਆਪਣੇ ਵੱਲੋਂ ਕੀਤੇ ਵਾਅਦੇ ਪੂਰੇ ਕਰਤੇ? ਬਿਲਕੁਲ ਨਹੀਂ। ਬਿਲਕੁਲ ਨਹੀਂ। ਕੀ ਲੱਗਦਾ ਤੁਹਾਨੂੰ ਕਿਹੜੀ ਪਾਰਟੀ ਨੇ ਪੰਜਾਬ ਦਾ ਵੱਧ ਵਿਕਾਸ ਕੀਤਾ ਹੈ? ਵੱਧ ਵਿਕਾਸ ਤਾਂ ਫਿਲਹਾਲ ਤਾਂ ਇਸ ਤਰ੍ਹਾਂ ਹੈਗਾ, ਪਹਿਲਾਂ ਅਕਾਲੀ ਸਰਕਾਰ ਸੀਗੀ, ਵਿਕਾਸ ਕੁਛ ਚੰਗਾ ਸੀਗਾ, ਮਤਲਬ ਕਿ ਵਧੀਆ ਵਿਕਾਸ ਸੀਗਾ, ਜਿਹਦੇ 'ਚ ਇਹ ਹੈ ਕਿ ਕੁਛ ਹੱਦ ਤੱਕ 10 ਸਾਲ ਰਾਜ ਕੀਤਾ ਉਹਨਾਂ ਨੇ, ਪਹਿਲਾਂ ਵਾਲਿਆਂ ਨੇ, ਤੇ ਉਹਦੇ 'ਚ ਆਪਾਂ ਕਹਿ ਸਕਦੇ ਹਾਂ ਕਿ ਵਿਕਾਸ ਚੰਗਾ ਸੀਗਾ, ਠੀਕ ਸੀਗਾ। ਉਸ ਤੋਂ ਬਾਅਦ ਕਾਂਗਰਸ ਸਰਕਾਰ ਆ ਗਈ, ਉਹਦੇ ਵਿੱਚ ਇਹ ਹੈ ਕਿ ਜਿੰਨੇ ਮੈਨੀਫੈਸਟੋ ਜੋ ਕੁਝ ਹੈਗਾ ਸੀਗਾ ਸਭ ਕੁਝ 4.5 ਸਾਲ ਤੱਕ ਕੁਝ ਨਹੀਂ ਹੋਇਆ। ਘਰ ਘਰ ਨੌਕਰੀ ਦਾ ਵਾਅਦਾ ਕੀਤਾ ਸੀ, ਤੁਹਾਨੂੰ ਲੱਗਦਾ ਕਿ ਮਿਲ ਗਈ ਘਰ ਘਰ ਨੌਕਰੀ? ਦੇਖੋ ਜੀ, ਆਪਾਂ ਮਤਲਬ ਕਿ ਰੋਡ ਟੂ ਰੋਡ ਲਈਏ ਤੇ ਨਹੀਂ ਹੈਗੀ। ਜਿਨ੍ਹਾਂ ਚੀਜ਼ਾਂ ਦਾ ਆਪਾਂ ਨੌਲੇਜ ਨਹੀਂ ਹੈਗੀ, ਜਿਨ੍ਹਾਂ ਦੀ, ਉਹਨਾਂ ਨੂੰ ਮਿਲ ਗਈ ਹੋਏਗੀ ਨੌਕਰੀ, ਕਿਸੇ ਨਾ ਕਿਸੇ ਨੂੰ ਇੱਕ ਦਿਨ ਮਿਲ ਗਈ ਹੋਏਗੀ, ਜਾਂ ਜਿਹੜੇ ਉਹਨਾਂ ਦੇ ਆਪਣੇ ਹੀ ਹੋਣਗੇ, ਜਾਂ ਜਿਹੜੇ ਮੇਨ ਉਹਨਾਂ ਦੇ ਜਿਨ੍ਹਾਂ ਦੀ ਪਹੁੰਚ ਹੈਗੀ ਉੱਥੇ ਤੱਕ, ਉਹਨਾਂ ਨੂੰ ਮਿਲ ਸਕਦੀ ਹੈ। ਬੜਾ ਨੌਜਵਾਨ ਪਿਛਲੇ 5 ਸਾਲਾਂ ਦੇ ਵਿੱਚ ਬਾਹਰ ਗਿਆ, ਤੁਹਾਨੂੰ ਕੀ ਲੱਗਦਾ ਕਿ ਕਿਹੜੀ ਪਾਰਟੀ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਰਹਿਣ ਲਈ ਉਤਸ਼ਾਹਿਤ ਕਰ ਸਕਦੀ ਹੈ? ਦੇਖੋ, ਨੌਜਵਾਨਾਂ ਵਾਸਤੇ ਰੁਜ਼ਗਾਰ ਦੇਣੇ ਪੈਣਗੇ, ਉਹਨਾਂ ਨੂੰ ਕੰਮ ਦੇਣਾ ਪਏਗਾ। ਅੱਜ ਤੇ ਹਰ ਨੌਜਵਾਨ ਇਹ ਚਾਹੁੰਦਾ ਹੈਗਾ, ਚਾਹੇ ਪੈਸੇ ਹਨ ਜਾਂ ਨਹੀਂ ਹਨ, ਫਿਰ ਵੀ ਬਾਹਰ ਹੀ ਜਾਣਾ ਚਾਹੇਗਾ, ਕਿਉਂਕਿ ਇੱਥੇ ਰੁਜ਼ਗਾਰ ਨਹੀਂ ਗੇ, ਕੰਮ ਨਹੀਂ ਗਾ, ਸਿਸਟਮ ਨਹੀਂ ਗਾ ਕੋਈ ਵੀ। ਐਜੂਕੇਟਡ ਲੋਕ ਜਿਹੜੇ ਨੇ BA BEd MEd ਕੀਤੇ ਹੋਏ ਜਿਹੜੇ ਧੱਕੇ ਖਾ ਰਹੇ ਆ, ਨੇ, ਉਹ ਵੀ ਧੱਕੇ ਖਾ ਡਾਂਗਾ ਰਹੇ ਆ, ਬਿਲਕੁਲ ਕੁਝ ਨਹੀਂ ਮਿਲ ਰਿਹਾ ਉਹਨਾਂ ਨੂੰ। ਇਹੀ ਕਾਰਨ ਹੈ ਕਿ ਬਾਹਰ ਜਾਣ ਦਾ ਇੰਟਰਸਟ ਜ਼ਿਆਦਾ ਹੈਗਾ। ਤੁਸੀਂ ਕਿਹੜੀ ਪਾਰਟੀ ਦੇ ਵੱਲੋਂ, ਤੁਹਾਨੂੰ ਕੀ ਲੱਗਦਾ ਕਿ ਕਿਹੜੀ ਪਾਰਟੀ ਦੀ ਸਰਕਾਰ ਇਸ ਵਾਰ ਬਣ ਸਕਦੀ ਹੈ? ਦੇਖੋ, ਪਾਰਟੀ ਸਰਕਾਰ ਦਾ ਪਤਾ ਕੀ ਹੈਗਾ, ਪਾਰਟੀ ਸਰਕਾਰ ਤੇ ਤਾਂ ਆਪਾਂ ਦੱਸੀਏ ਨਾ ਕਿ ਸਰਕਾਰ 2 ਸਰਕਾਰਾਂ ਲੋਕਾਂ ਨੇ ਦੇਖ ਲਈਆਂ। ਪਹਿਲਾਂ ਕਾਂਗਰਸ ਸਰਕਾਰ ਦੇਖੀ, ਇਸ ਤੋਂ ਆਪਣਾ ਅਕਾਲੀ ਸਰਕਾਰ, ਉਸ ਤੋਂ ਬਾਅਦ ਕਾਂਗਰਸ ਸਰਕਾਰ, ਤੀਸਰੀ ਰਹਿ ਗਈ ਸਰਕਾਰ ਇੱਕੋ ਹੀ, ਸਿਰਫ ਆਪ ਵਾਲੇ। ਹੁਣ ਆਪ ਦਾ ਇੰਨਾ ਜ਼ਿਆਦਾ ਗਰਾਊਂਡ ਲੈਵਲ ਜਿਹੜਾ ਹੈਗਾ ਸਟਰੋਂਗ ਨਹੀਂ ਹੈ, ਹਲੇ ਆ ਸਕਦੇ ਹੈ, ਲੇਕਿਨ ਇਨ ਟਾਈਮ ਜਿਹੜਾ ਹੈਗਾ ਵੇ, ਉਹਨਾਂ ਦੇ ਜਿਹੜੇ ਚਿਹਰੇ ਨੇ, ਜਿਹੜੇ ਜਿਨ੍ਹਾਂ ਚਿਹਰਿਆਂ ਨੂੰ ਆਪਾਂ ਸਟਰੋਂਗ ਨਹੀਂ ਹੈ, ਸਟਰੋਂਗ ਨਹੀਂ ਹੈ। ਜੀ। ਇਹੀ ਕਾਰਨ ਹੈ ਕਿ ਅਗਰ ਉਹਨਾਂ ਦੇ ਜਿਹੜੇ ਚਿਹਰੇ ਨੇ, ਜਿਹੜੇ ਉਹਨਾਂ ਨੇ ਕੈਂਡੀਡੇਟ ਖੜੇ ਕਰਦੇ ਨੇ ਨਾ, ਉਹ ਕੈਂਡੀਡੇਟ ਲੋਕਾਂ ਦੀ ਪਹੁੰਚ ਤੋਂ ਬਾਹਰ ਨੇ, ਲੋਕ ਉਹਨਾਂ ਨੂੰ ਜਾਣਦੇ ਨਹੀਂਗੇ, ਪਹਿਚਾਣਦੇ ਨਹੀਂਗੇ। ਜਿਹੜੇ ਚਿਹਰੇ ਕਾਂਗਰਸ ਦੇ ਨੇ ਜਾਂ ਅਕਾਲੀ ਸਰਕਾਰ ਦੇ ਨੇ, ਉਹਨਾਂ ਦੇ ਚਿਹਰਿਆਂ ਦੇ ਲੋਕਾਂ ਨੂੰ ਹੈਬਿਟ ਹੋ ਚੁੱਕੀ ਹੋਈ ਹੈ ਦੇਖਣ ਦੀ, ਸੁਣਨ ਦੀ। ਜਿਸ ਤਰ੍ਹਾਂ ਪਤਾ ਉਹਨਾਂ ਨੂੰ ਵੀ ਹਾਂ ਵੀ ਆਹ ਵਾਲਾ ਬੰਦਾ ਫਲਾਣਾ ਹੈਗਾ, ਇਹ ਦੂਸਰਾ ਹੈ, ਤੀਸਰਾ। ਜਿੱਦਾਂ ਮੈਂ ਆਪਣੇ ਏਰੀਆ 'ਚ ਲਾਵਾਂ, ਹੁਣ ਮੈਨੂੰ ਇੰਨਾ ਪਤਾ ਕਿ ਕਾਂਗਰਸ ਸਾਹਿਬ ਵਾਲਾ ਨੁਮਾਇੰਦਾ ਹੈਗਾ, ਅਕਾਲੀ ਦਲ ਦਾ ਹੈਗਾ ਵੇ, ਆਪ ਦਾ ਕਿਹੜਾ ਹੈਗਾ ਜਿਹਨੂੰ ਮੈਂ ਨਹੀਂ ਜਾਣਦਾ, ਮੈਨੂੰ ਪਤਾ ਹੀ ਨਹੀਂਗਾ, ਜਿਹਨੂੰ ਮੈਂ ਦੇਖਿਆ ਹੀ ਨਹੀਂ ਕਦੇ। ਆਮ ਆਦਮੀ ਪਾਰਟੀ ਦੇ ਲੋਕ ਤਾਂ ਇਹ ਦਾਅਵਾ ਕਰਦੇ ਨੇ, ਜੋ ਉਹਨਾਂ ਦੇ ਨੇਤਾ ਨੇ, ਕਿ ਸਾਡੀ ਸਰਕਾਰ ਆਏਗੀ, ਸਾਨੂੰ ਬਹੁਮਤ ਮਿਲੇਗੀ। ਆਮ ਆਦਮੀ ਪਾਰਟੀ ਦੇ ਲੁਧਿਆਣਾ ਤੋਂ ਤੁਹਾਨੂੰ ਕੌਣ ਲੱਗਦਾ ਹੈ ਕਿ ਸੀਟ ਇਸ ਵਕਤ ਆਪਣੇ ਹੱਥ 'ਚ ਕਰ ਸਕਦਾ ਹੈ? ਲੁਧਿਆਣਾ ਤੋਂ ਪਰ ਇਸ ਤਰ੍ਹਾਂ ਤਾਂ ਕਿੰਨੇ ਹੀ ਏਰੀਏ ਨੇ ਇੱਥੇ, ਜਿਸ ਤਰ੍ਹਾਂ ਇੰਨੇ ਵਾਰਡ ਹੈਗੇ ਨੇ, ਇੰਨੇ ਏਰੀਏ ਨੇ, ਉਹਨਾਂ ਵਿੱਚੋਂ ਹੁਣ ਦੇਖੋ, ਸਰਕਾਰ ਤੇ ਚਾਂਸ ਬਣ ਵੀ ਸਕਦੇ ਨੇ, ਕੋਈ ਵੱਡੀ ਗੱਲ ਨਹੀਂ ਹੈਗੀ ਆਪ ਵਾਲਿਆਂ ਦੀ, ਲੇਕਿਨ ਬਹੁਮਤ ਨਾਲ ਸਰਕਾਰ ਨਹੀਂ ਬਣੇਗੀ, ਕਿਸੇ ਇੱਕ ਦੀ ਨਹੀਂ ਬਣੇਗੀ। ਇਹ ਤਾਂ ਸ਼ੋਰ ਹੈਗਾ ਗੱਲ, ਸਰਕਾਰ ਕਿਸੇ ਇੱਕ ਦੀ ਨਹੀਂ ਬਣੇਗੀ ਕਿਸੇ ਵੀ ਹਾਲਤ ਵਿੱਚ। ਸਰਕਾਰ ਬਣੇਗੀ ਤੇ ਜਿਸ ਤਰ੍ਹਾਂ ਕਿ ਚੰਡੀਗੜ੍ਹ ਦੇ ਵਿੱਚ ਖਿਚੜੀ ਬਣ ਸਕਦੀ ਹੈ, ਖਿਚੜੀ ਬਣ ਸਕਦੀ ਹੈ, ਜਿਸ ਤਰ੍ਹਾਂ ਕਿ ਪਿੱਛੇ ਜਾ ਹੋਈ ਹੈ ਚੰਡੀਗੜ੍ਹ ਦੇ ਵਿੱਚ 14 ਸੀਟਾਂ ਆਪ ਨੇ ਲਈਆਂ, ਬਾਵਜੂਦ ਉਹਦੇ ਫਿਰ ਵੀ ਉਹ ਸਰਕਾਰ ਨਹੀਂ ਬਣਾ ਪਾਏ ਉੱਥੇ। ਕਾਰਨ ਕੀ ਹੈ ਕਿ ਉਹਨਾਂ ਨੇ ਇੱਕ ਸੀਟ ਨੇ ਰੋਕ ਲਿਆ ਉਹਨਾਂ ਨੂੰ। ਮਤਲਬ ਇਹ ਨਹੀਂ ਕਹਿ ਸਕਦੇ ਕਿ ਆਪਾਂ ਕਾਫੀ ਜ਼ੋਰ ਲਗਾ ਰਹੇ ਨੇ ਇਸ ਵੇਲੇ, ਔਰ ਜ਼ੋਰ ਲੱਗ ਵੀ ਰਿਹਾ ਉਹਨਾਂ ਦਾ, ਸ਼ਾਇਦ ਹੋ ਸਕਦਾ ਬਣ ਵੀ ਜਾਣ। ਸਤਿ ਸ਼੍ਰੀ ਅਕਾਲ ਬਾਪੂ ਜੀ, ਚੋਣਾਂ ਨਜ਼ਦੀਕ ਨੇ, ਤੁਹਾਡੇ ਲਈ ਸਵਾਲ ਹੈ ਕਿ ਪਿਛਲੇ 5 ਸਾਲ ਕਾਂਗਰਸ ਸੱਤਾ ਦੇ ਵਿੱਚ ਰਹੀ ਹੈ, ਕਾਂਗਰਸ ਨੇ ਲੋਕਾਂ ਨਾਲ ਆਪਣੇ ਕੀਤੇ ਵਾਅਦੇ ਪੂਰੇ ਕਰਤੇ? ਕਿਸੇ ਨੇ ਕਿਹਨੇ ਕਰਨੇ, ਕਿਹਨੇ ਆ, ਇਹ ਤਾਂ ਲੋਕਾਂ ਦਾ ਹਾਲ ਇਹੀ ਰਹਿਣਾ, ਜਿਹੜੀ ਮਰਜ਼ੀ ਸਰਕਾਰ ਲੈ ਆਓ, ਜਿਹੜੀ ਮਰਜ਼ੀ ਸਰਕਾਰ ਲਿਆਓ। ਕਹਿਣ ਦਾ ਮਤਲਬ ਤਾਂ ਇਹ ਆ ਵੀ ਬਦਲ ਚਾਹੀਦਾ, ਬਈ ਜਿਹੜਾ ਐਜੂਕੇਸ਼ਨ, ਹੈਲਥ ਤੇ ਐਮਪਲਾਈ, ਇਹਨਾਂ ਦਾ ਸੁਧਾਰ ਕਰਨਾ ਜੀ। ਤੇ ਗਰੀਬਾਂ ਨੂੰ ਫ੍ਰੀ ਮਕਾਨ ਦੇਣ ਦੀ ਗੱਲ ਕੀਤੀ ਸੀ, ਤੁਹਾਨੂੰ ਲੱਗਦਾ ਕਿ ਕਾਂਗਰਸ ਸਰਕਾਰ ਨੇ ਦਿੱਤੇ? ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਤਾ? ਮੈਂ ਉਹੀ ਗੱਲ ਕਹਿਣਾ ਨਾ, ਮੈਂ ਤੁਹਾਨੂੰ ਉਹੀ ਤਾਂ ਗੱਲ ਕਹਿਣਾ, ਸਾਰੇ ਐਮਪਲਾਈ ਉਹਦੇ ਵਿੱਚ, ਐਮਪਲਾਈ ਵਾਲੀ ਮੈਂ ਤੁਹਾਨੂੰ ਗੱਲ ਕਹਿਤੀ, ਐਜੂਕੇਸ਼ਨ ਵਾਲੀ ਕਹਿਤੀ, ਤੇ ਉਹਦੇ ਹੈਲਥ ਵਾਲੀ ਕਹਿਤੀ, ਉਹਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ। ਕਿਹੜੀ ਪਾਰਟੀ ਨੇ ਪੰਜਾਬ ਦਾ ਵੱਧ ਵਿਕਾਸ ਕੀਤਾ? ਦੇਖੋ ਜੀ, ਪਾਰਟੀ ਦਾ ਜਿਹੜਾ ਵਿਕਾਸ ਆ, ਨਿੱਤ ਦਾ ਵਿਨਾਸ਼ ਸੋ ਕਿਹਨੇ ਕੀਤਾ? ਵਿਨਾਸ਼ ਸਾਰਿਆਂ ਨੇ ਵਿਨਾਸ਼ ਹੀ ਕੀਤਾ, ਵਿਕਾਸ ਕਿਸੇ ਨੇ ਨਹੀਂ ਕੀਤਾ।
ਵਿਨਾਸ਼ ਹੀ ਕੀਤਾ। ਇਸ ਵਾਰ ਕਿਸ ਦੀ ਹਵਾ ਲੱਗ ਰਹੀ ਹੈ, ਕੌਣ ਆ ਸਕਦਾ ਹੈ ਅੱਗੇ? ਇਹ ਹਜੇ ਕੁਝ ਨਹੀਂ ਕਿਹਾ ਜਾ ਸਕਦਾ, ਜੀ ਹਜੇ ਟਾਈਮ ਲੱਗੂਗਾ। ਚੋਣਾਂ ਬੇਦ ਨਜ਼ਦੀਕ ਨੇ। 5 ਸਾਲ ਕਾਂਗਰਸ ਦੀ ਸਰਕਾਰ ਸੱਤਾ ਦੇ ਵਿੱਚ ਰਹੀ ਹੈ। ਕੀ ਲੱਗਦਾ ਕਿ ਤੁਹਾਨੂੰ ਕਾਂਗਰਸ ਨੇ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਕਰਤੇ? ਦੇਖੋ ਜੀ, ਵਾਅਦਿਆਂ ਦਾ ਇਦਾਂ ਵੀ ਆਪਾਂ ਮਤਲਬ ਵੀ ਪੂਰੇ ਕੀਤੇ ਜਾਂ ਨਹੀਂ ਕੀਤੇ, ਮਤਲਬ ਜਿਹੜਾ ਕੁਝ ਹੱਦ ਤੱਕ ਪੂਰੇ ਵੀ ਹੋਏ ਆ। ਕਿਹੜੇ ਤੁਹਾਨੂੰ ਲੱਗਦਾ ਪੂਰੇ ਕਰਤੇ? ਇਹ ਤਾਂ ਹੁਣ ਉਹ ਮਤਲਬ ਪੋਲੀਟੀਕਲ ਆਨਸਰ ਤੁਹਾਡੇ ਦੇਣ ਵਾਲੀ ਗੱਲ ਆਪਣੇ, ਹੋ ਗਈ, ਕਿਸੇ ਨੂੰ ਬਲੇਮ ਕਰਨਾ। ਸੋ ਮੈਂ ਇਹ ਕਹਿਣਾ ਵੀ ਜਿਹੜੀ ਨਵੀਂ ਤੁਹਾਡੇ ਆ, ਹਲਕੇ 'ਚ ਕਿਹੜਾ ਵਿਕਾਸ ਹੋਇਆ? ਨਹੀਂ, ਮੈਨੂੰ ਇੰਨਾ ਨਹੀਂ ਹੈਗਾ ਵੀ ਕਿੰਨਾ ਵਿਕਾਸ ਹੋਇਆ, ਬਟ ਮੈਂ ਇਹ ਕਹਿ ਰਿਹਾ ਜੋ ਮੇਰੇ ਸੜਕਾਂ ਬਣ ਗਿਆ ਤੁਹਾਡੇ ਹਲਕੇ 'ਚ? ਮੈਂ ਆਪਣੇ ਮਤਲਬ ਜੋ ਮੇਰੇ ਨਾਲ ਜ਼ਿਆਦਾ ਪਹਿਲਾਂ ਪ੍ਰਾਇੋਰਟੀ ਤੇ ਲਿੰਕ ਕੀ ਆ, ਮੇਰੀ ਜੌਬ ਆ ਜਾਂ ਇਦਾਂ ਦੀਆਂ ਚੀਜ਼ਾਂ ਨੇ, ਮੈਂ ਉਸ ਬੇਸ ਤੇ ਗੱਲ ਕਰੂੰਗਾ। ਸੋ ਵੀ ਜੌਬਸ ਵਗੈਰਾ ਜਿਹੜੀਆਂ ਹੈਗੀਆਂ ਉਹ ਇੰਨੀਆਂ ਜ਼ਿਆਦਾ ਨਹੀਂ ਹੋਈਆਂ। ਹੋਪਫੁਲੀ ਵੀ ਨੈਕਸਟ ਕੋਈ ਵੀ ਗਵਰਨਮੈਂਟ ਆਊਗੀ, ਉਮੀਦ ਆ ਵੀ ਉਹ ਜੋ ਚੀਜ਼ਾਂ ਨੇ ਉਹ ਸੁਧਰਨਗੀਆਂ। ਜੀ, ਗਰੀਬਾਂ ਨੂੰ ਫ੍ਰੀ ਮਕਾਨ ਦੇਣ ਦੀ ਗੱਲ ਕੀਤੀ ਸੀ, ਸਮਾਰਟਫੋਨ ਦੇਣ ਦੀ ਗੱਲ ਕੀਤੀ ਸੀ ਸਰਕਾਰ ਨੇ। ਤੁਹਾਨੂੰ ਕੀ ਲੱਗਦਾ ਕਿ ਸਰਕਾਰ ਪਾਸ ਹੋਈ ਜਾਂ ਫੇਲ ਹੋ ਗਈ? ਦੇਖੋ, ਮੈਂ ਇਹ ਚੀਜ਼ਾਂ ਮਤਲਬ ਜੋ ਹੈਗਾ ਫ੍ਰੀ ਵਾਲੀਆਂ ਚੀਜ਼ਾਂ 'ਚ ਉਹ ਨਹੀਂ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ ਵੀ ਫ੍ਰੀ ਮਿਲਣਾ ਚਾਹੀਦਾ ਜਾਂ ਇਦਾਂ, ਬਟ ਮੈਂ ਇਹ ਕਹਿਣਾ ਵੀ ਸਭ ਤੋਂ ਪਹਿਲਾਂ ਇੰਪਲੋਇਮੈਂਟ ਹੋਣੀ ਚਾਹੀਦੀ ਆ। ਇੰਪਲੋਇਮੈਂਟ ਜੇ ਹੋਊਗੀ ਤਾਂ ਇਹ ਸਾਰੀਆਂ ਚੀਜ਼ਾਂ ਆਪਣੇ ਆਪ ਸੋਲਵ ਹੋ ਜਾਣਗੀਆਂ ਉਹਦੇ ਨਾਲ। ਕਾਂਗਰਸ ਨੂੰ 10 ਚੋਂ ਨੰਬਰ ਦੇਣੇ ਹੋਣ ਤਾਂ ਕਿੰਨੇ ਦਿਓਗੇ? ਮੈਂ ਨੰਬਰ ਨਹੀਂ ਦਊਂਗਾ ਜੀ। ਬਾਪੂ ਜੀ, ਇਸ ਵਾਰ ਕਿੰਨੂੰ ਵੋਟ ਪਾ ਰਹੇ ਹੋ? ਕਿਸ ਦੀ ਸਰਕਾਰ ਆਂਦੀ ਲੱਗਦੀ ਹੈ? ਇਹਦਾ ਜੇ ਡਿਸਾਈਡ ਨਹੀਂ ਕੀਤਾ। ਅੱਛਾ, ਤੁਹਾਨੂੰ ਕੀ ਲੱਗਦਾ ਕਿ ਕਾਂਗਰਸ ਸਰਕਾਰ ਨੇ ਵਧੀਆ ਕੰਮ ਕੀਤਾ? ਨਾ ਖਾਸ ਨਹੀਂ, ਉਹ ਆਪਸ ਵਿੱਚ ਲੜੀ ਤਾਂ ਗਏ, ਕੰਮ ਨਹੀਂ ਕੀਤਾ। ਹੁਣ ਵੀ ਕਹਿ ਰਹੇ ਆ ਕਿ ਅਸੀਂ ਦੁਬਾਰਾ ਸੱਤਾ 'ਚ ਆ ਸਕਦੇ ਹਾਂ। ਤੁਹਾਨੂੰ ਕੀ ਲੱਗਦਾ ਕਿ ਕਾਂਗਰਸ ਇਸ ਵਾਰ ਜਿੱਤ ਸਕਦੀ ਹੈ? ਇਹ ਤਾਂ ਲੋਕ ਦੱਸਣਗੇ ਕਿ ਇਕੱਲੇ ਦੀ ਵੋਟ ਦਾ ਤਾਂ ਕੋਈ ਫਰਕ ਨਹੀਂ ਨਾ ਪੈਣਾ। ਇਹ ਤਾਂ ਜਿਵੇਂ ਹੈਗਾ, ਮੇਰਾ ਖਿਆਲ ਤਾਂ ਨਹੀਂ ਆਉਣਗੇ। ਨਹੀਂ ਆਉਣਗੇ? ਪਿਛਲੇ 5 ਸਾਲਾਂ ਦੇ ਕੰਮ ਤੋਂ ਖੁਸ਼ ਹੋ? ਨਾ, ਨਹੀਂ, ਉਹਨਾਂ ਨੇ ਇੱਕ ਨਾ ਲਾਰੇ ਲਾਏ ਆ, ਲਾਰੇ ਲਾਏ। EMPLOYEE ਦਾ ਬਹੁਤ ਬੁਰਾ ਹਾਲ ਕੀਤਾ ਹੈ। ਕਹਿੰਦੇ ਅਸੀਂ ਰੋਜ਼ਗਾਰ ਦਿੱਤਾ ਹੈ, ਘਰ ਘਰ ਨੌਕਰੀ ਦਿੱਤੀ। ਨੌਕਰੀ ਦਿੱਤੀ ਹੈ, ਅਨਪਲਾਈਮੈਂਟ ਦਾ ਰੇਟ ਵਧਿਆ ਹੋਇਆ, ਲੋਕ ਐਜੂਕੇਟਡ ਬੰਦੇ ਵਿਹਲੇ ਫਿਰ ਰਹੇ ਆ। ਇਹਨਾਂ ਨੇ ਕਿਸੇ ਦਾ ਕੁਝ ਨਹੀਂ ਕੀਤਾ। ਦੇਖੋ, ਜੇ ਕੋਈ ਚੀਜ਼ ਅਨਾਉਂਸ ਵੀ ਕੀਤੀ ਉਹ ਇੰਪਲੀਮੈਂਟ ਨਹੀਂ ਹੋਈ, ਉਹਦਾ ਕੀ ਫਾਇਦਾ? ਸਰ, ਚੋਣਾਂ ਬਹੁਤ ਨਜ਼ਦੀਕ ਨੇ। ਐਤਕੀ ਵੋਟਾਂ 'ਚ ਕੀ ਲੱਗਦਾ ਹੈ ਕਿ ਕਿਸ ਦੀ ਸਰਕਾਰ ਆ ਸਕਦੀ ਹੈ? ਕਿਸ ਦੇ ਸਾਥ ਦੇ ਰਹੇ ਹੋ ਤੁਸੀਂ? ਅਜੇ ਮੈਡਮ ਤਾਂ ਕੁਝ ਕਹਿ ਨਹੀਂ ਸਕਦੇ, ਪਰ ਐਦਾਂ ਲੱਗਣਾ ਚਾਹੀਦਾ ਕਿ ਵੀ ਤੀਸਰਾ ਫਰੰਟ ਆਉਣਾ ਚਾਹੀਦਾ। ਤੁਹਾਨੂੰ ਕੀ ਲੱਗਦਾ ਹੈ ਕਿ ਪਿਛਲੇ 5 ਸਾਲ ਕਾਂਗਰਸ ਸੱਤਾ ਦੇ ਵਿੱਚ ਰਹੀ ਹੈ? ਕਾਂਗਰਸ ਨੇ ਜਿਹੜੇ ਵਾਅਦੇ ਕੀਤੇ ਸੀ, ਘਰ ਘਰ ਨੌਕਰੀ ਦੇ, ਸਮਾਰਟਫੋਨ ਦੇ, ਗਰੀਬਾਂ ਨੂੰ ਮਕਾਨ ਦੇਣ ਦਾ ਵਾਅਦਾ ਕੀਤਾ, ਬੇਰੁਜ਼ਗਾਰਾਂ ਨੂੰ ਹੋਰ ਨੌਕਰੀਆਂ ਦੇਣ ਦਾ ਵਾਅਦਾ ਕੀਤਾ, ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਉਹ ਵਾਅਦੇ ਸਰਕਾਰ ਨੇ ਪੂਰੇ ਕੀਤੇ? ਦੇਖੋ ਜੀ, ਇਸ ਬਾਰੇ ਕੁਝ ਕਹਿ ਨਹੀਂ ਸਕਦੇ ਕਿਉਂਕਿ ਲਾਸਟ ਮੂਮੈਂਟ ਤੇ ਆ ਕੇ ਇਹਨਾਂ ਨੇ ਬਹੁਤ ਕੁਝ ਕੀਤਾ। ਹੁਣ ਇਹ ਇੱਕ ਪੋਲੀਟੀਕਲ ਸਟੰਟ ਵੀ ਹੋ ਸਕਦਾ ਹੈ, ਕੁਝ ਵੀ ਹੋ ਸਕਦਾ ਹੈਗਾ। ਤੇ ਕਿਉਂਕਿ ਮੈਨੂੰ ਵੀ ਜ਼ਿਆਦਾ ਇੰਨੀ ਦੀ ਨੌਲੇਜ ਹੈ ਨਹੀਂ ਪੋਲੀਟਿਕਸ ਦੀ, ਪਰ ਮੈਂ ਇਹ ਚਾਹਾਂਗਾ ਕਿ ਅਸੀਂ ਕਾਫੀਆਂ ਨੂੰ ਮੌਕਾ ਦਿੱਤਾ ਹੈਗਾ ਤੇ ਇਸ ਵਾਰੀ ਕੋਈ ਨਵੇਂ ਬੰਦੇ ਨੂੰ ਵੀ ਮੌਕਾ ਦੇਖ ਕੇ ਦੇਣਾ ਚਾਹੀਦਾ ਵੀ ਉਹ ਕੀ ਕਰਨਾ ਚਾਹੀਦਾ। ਕਿਹੜੀ ਪਾਰਟੀ ਨੇ ਪੰਜਾਬ ਦਾ ਵੱਧ ਵਿਕਾਸ ਕੀਤਾ? ਦੇਖੋ ਜੀ, ਵਿਕਾਸ ਦੇ ਮਾਮਲੇ 'ਚ ਤਾਂ ਕਹੀਏ ਕਿ ਆਪਾਂ ਸ਼ੁਰੂ ਤੋਂ ਦੇਖਦੇ ਆ ਰਹੇ ਕਿ ਰਲਿਆ ਮਿਲਿਆ ਕੰਮ ਰਿਹਾ ਹੈਗਾ। ਵੀ ਆਪਾਂ ਕਹੀ ਵੀ ਜਿਸ ਲੈਵਲ ਤੇ ਪੰਜਾਬ ਨੂੰ ਜਾਣਾ ਚਾਹੀਦਾ ਸੀ ਅੱਜ ਦੀ ਡੇਟ ਦੇ ਵਿੱਚ, ਉਹ ਹੈ ਨਹੀਂ ਇੰਨਾ। ਕਾਫੀ ਆਪਣੀ ਯੂਥ, ਜਿਹੜਾ ਮੇਨ ਯੂਥ ਹੈ, ਉਹ ਬਾਹਰ ਨੂੰ ਬਹੁਤ ਜਾ ਰਿਹਾ ਹੈ ਤੇ ਉਸ ਮਾਮਲੇ 'ਚ ਗਵਰਨਮੈਂਟਸ ਕਾਫੀਆਂ ਕੁਝ ਕਰ ਨਹੀਂ ਰਹੀ ਕਿ ਅਸੀਂ ਉਹਨਾਂ ਨੂੰ ਕਿੱਦਾਂ ਆਪਣੇ ਕੋਲ ਵਾਪਸ ਰੱਖੀਏ। ਕਿਉਂਕਿ ਮੋਸਟਲੀ ਹਰ ਬੱਚਾ +2 ਕਰਦਾ ਹੈ ਤੇ ਉਹ ਆਪਣੇ ਮਾਪੇ ਨੂੰ ਕਹਿੰਦਾ ਹੈ ਕਿ ਜੀ ਮੈਂ ਤਾਂ ਬਾਹਰ ਹੀ ਜਾਣਾ, ਮੈਂ ਤਾਂ ਬਾਹਰ ਹੀ ਜਾਣਾ। ਤੇ ਉਸ ਮਾਮਲੇ 'ਚ ਵੀ ਮੈਂ ਕਹਾਂਗਾ ਵੀ ਅਸੀਂ ਆਪਣੇ ਯੂਥ ਨੂੰ ਕੰਟਰੋਲ ਨਹੀਂ ਕਰ ਪਾ ਰਹੇ ਹਾਂ। ਉਹਦੇ ਵਿੱਚ ਮਾਮਲੇ 'ਚ ਮੈਂ ਕਹਾਂਗਾ ਵੀ ਥੋੜਾ ਜਿਹਾ ਗਵਰਨਮੈਂਟ ਬੈਕਫੁੱਟ ਤੇ ਰਹੀ ਹੈ। ਚੋਣਾਂ ਬਹੁਤ ਨਜ਼ਦੀਕ ਨੇ। ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਕਿ ਪਿਛਲੇ 5 ਸਾਲ ਕਾਂਗਰਸ ਸੱਤਾ ਦੇ ਵਿੱਚ ਰਹੀ ਹੈ, ਕਿ ਕਾਂਗਰਸ ਦੀ ਕਾਰਗੁਜ਼ਾਰੀ ਤੋਂ ਖੁਸ਼ ਹੋ? नो मैडम, नॉट एट ऑल। ਉਹਨਾਂ ਨੇ ਵਾਅਦੇ ਬਹੁਤ ਕੀਤੇ ਸੀ, ਤੁਹਾਨੂੰ ਲੱਗਦਾ ਕਿ ਵਾਅਦੇ ਪੂਰੇ ਕੀਤੇ? मैडम, वादे देखो, वादे इज जस्ट वादे ओनली फॉर कांग्रेस। फॉल्स They प्रॉमिसेस? have, yes, they have not done anything in 70 years, and they will definitely not do anything further. So it's not a matter of what party will come. It's matter of someone should come who will work. So it doesn't matter what party will come. A person who ਤੁਹਾਨੂੰ ਕੌਣ ਲੱਗਦਾ ਹੈ ਹੁਣ? ਤੁਹਾਨੂੰ ਕੌਣ ਲੱਗਦਾ ਕਿ ਉਹ ਸਹੀ ਬੰਦਾ ਹੈ ਜੋ ਇਸ ਵਾਰ ਅੱਗੇ ਆਉਣਾ ਚਾਹੀਦਾ ਹੈ? what I like, if you talk about only a person, then Captain Amrinder Singh is a nice person. He will definitely work. And if you ਲੋਕੀ ਤਾਂ talk ਕਹਿੰਦੇ ਕਿ 4.5 ਸਾਲ ਪੰਜਾਬ ਦੇ ਵਿੱਚ ਤੁਸੀਂ ਆਪ ਕਿਹਾ ਕਿ ਤੁਹਾਨੂੰ ਕਾਂਗਰਸ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਹੋ, ਪਰ ਪਿਛਲੇ 5 ਸਾਲ No, ਤਾਂ that guy- 4.5 ਸਾਲ ਤਾਂ if you talk about Captain Amrinder Singh, he is a person who wants to work. ਉਹਨਾਂ ਦੇ as a ਕਿਹੜੇ party- ਕੀਤੇ ਵਾਅਦੇ ਤੁਹਾਨੂੰ ਲੱਗਦਾ ਕਿ ਪੂਰੇ ਹੋ ਗਏ? ਉਹਨਾਂ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕਿਹਾ ਸੀ ਕਿ ਮੈਂ ਨਸ਼ੇ ਦਾ ਲੱਕ ਤੋੜ ਦੇਵਾਂਗਾ। ਤੁਹਾਨੂੰ ਲੱਗਦਾ ਕਿ ਪੰਜਾਬ 'ਚ ਉਹਨਾਂ ਨੇ ਨਸ਼ਾ Nasha, one person cannot control nasha. Nasha is whole structure. You have to work from the bottom and from the top. So nasha is not a one person who can control it. ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ, ਕਿਉਂਕਿ ਅਜੇ ਜੋ ਚੀਫ ਮਿਨਿਸਟਰ ਹੈ ਉਹਦੇ ਕੋਲ ਤਾਂ ਪਾਰ ਹੁੰਦੀ ਹੈ ਨਾ, ਉਹ ਚਾਹੇ ਤਾਂ ਕੁਝ ਵੀ ਕਰ Yes, he can work with system. He can give powers to the system and
ਡੈਫੀਨਿਟਲੀ ਸਿਸਟਮ ਅਗਰ ਪਾਵਰ ਵਿੱਚ ਹੋਏਗੀ, ਪਾਵਰ ਹੋਏਗੀ ਉਹਦੇ ਨਾਲ, ਤੇ ਦੇ ਵਿਲ ਡੈਫੀਨਿਟਲੀ ਕਾਟ ਆਲ ਥੀਸ ਪੀਪਲ। ਤੁਹਾਨੂੰ ਲੱਗਦਾ ਕਿ ਘਰ ਘਰ ਨੌਕਰੀ ਦਿੱਤੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਦੌਰਾਨ? No, ਸਮਾਰਟਫੋਨ ਦਾ ਵਾਅਦਾ ਕੀਤਾ? No, that is all. It's not. It's all ਤੁਹਾਨੂੰ yours. ਲੱਗਦਾ ਕਿ ਜੇਕਰ ਇਸ ਵਾਰ ਸੱਤਾ 'ਚ ਆਉਂਦੇ ਨੇ ਤਾਂ ਹੁਣ ਜੋ ਵਾਅਦੇ ਕਰ ਰਹੇ ਨੇ ਉਹ ਪੂਰੇ ਕਰ ਸਕਦੇ? Now they are working with some other good people. If BJP and Captain will work together, definitely there will be a good ਤੁਹਾਨੂੰ chances. ਲੱਗਦਾ ਕਿ ਬੀਜੇਪੀ ਨੂੰ ਕਿਸਾਨ ਮੌਕਾ ਦੇਣਗੇ? ਪੰਜਾਬ ਦੇ ਵਿੱਚ ਬੀਜੇਪੀ ਨੂੰ ਮੌਕਾ ਦਿੱਤਾ ਜਾਏਗਾ? Kisan thing is something else. That law is something very different than working for a state. It's not only Kisan who is there in one state. It's whole process. Factories are here. Some other service people are here. Kisan is, yes, they are the integral part of India. ਤੁਸੀਂ ਇੰਡਸਟਰੀਅਲਿਸਟ ਹੋ, I'm a service guy. ਸਰਵਿਸਮੈਨ, ਤੇ ਤੁਹਾਡੇ ਲਈ ਕੀ ਨਵਾਂ ਲੈ ਕੇ ਆਈ ਹੈ ਸਰਕਾਰ? That I can't say. I don't know what they have brought in. For private sector, they didn't come up with good things. They should come up with some good factories coming up in there in Punjab. So रोजगार भी ਵਧੇਗਾ, सब कुछ ਵਧੇਗਾ if they ਤੁਹਾਨੂੰ ਲੱਗਦਾ allow. ਕਿ ਮੋਦੀ ਸਰਕਾਰ ਰੋਜ਼ਗਾਰ ਲੈ ਕੇ ਆ? Yes, definitely. ਤੁਹਾਨੂੰ ਲੱਗਦਾ ਕਿ ਮੋਦੀ ਸਰਕਾਰ ਆ ਸਕਦੀ ਹੈ ਪੰਜਾਬ 'ਚ? Not Modi Sarkar, BJP. ਬੀਜੇਪੀ। Modi is already doing something good for the country. So definitely. ਕਿਹੜੇ ਕੰਮ ਤੁਹਾਨੂੰ ਮੋਦੀ ਸਰਕਾਰ ਵੱਲੋਂ ਕੀਤੇ ਵਧੀਆ ਲੱਗੇ? Definitely look for the security purpose. What they have done, 70 years we didn't have anything for security of India. What he has done. ਬਟ ਉਹਨਾਂ ਨੇ ਤਾਂ ਹਰ ਇੱਕ ਚੀਜ਼ ਨੂੰ ਪ੍ਰਾਈਵੇਟਾਈਜ਼ ਕਰਤਾ ਨਾ, ਸਾਰੇ ਪਬਲਿਕ ਚੀਜ਼ਾਂ ਵੀ What is the ਵੇਚਤੀਆਂ। problem in that? Is there any problem? Are you working in government? Government people are working? No. So if government ਕੰਮ ਕਰਦੀ ਹੁੰਦੀ ਤਾਂ ਫਿਰ ਤਾਂ ਸਭ ਕੁਝ ਹੋ ਜਾਂਦਾ ਨਾ। ਸਿਕਿਉਰਿਟੀ ਤਾਂ ਗਵਰਨਮੈਂਟ ਜੌਬ 'ਚ ਹੁੰਦੀ ਹੈ। ਨਹੀਂ, what security? Security is in private job also. Security I have an experience for 20 years in private working. So I am secure. ਸਰਕਾਰੀ ਜੌਬ ਵਿੱਚ ਤੁਹਾਨੂੰ ਪੈਨਸ਼ਨ ਮਿਲਦੀ ਹੈ, ਤੁਹਾਨੂੰ ਹੋਰ ਕਾਫੀ ਸਕੀਮਸ ਮਿਲਦੀ ਹੈ, ਤੁਹਾਨੂੰ ਪਤਾ ਸਕੀਮਸ ਤਾਂ ਤੁਹਾਡੇ ਕੋਲ ਵੀ ਹੈਗੀ ਨੇ, ਪ੍ਰਾਈਵੇਟ ਸੈਕਟਰ 'ਚ ਵੀ ਹੈਗੀ ਨੇ। ਬਟ ਐਸ ਕੰਪੇਅਰ ਟੂ ਗਵਰਨਮੈਂਟ ਤਾਂ ਨਹੀਂ ਮਿਲਦੀ। No, government sector, if you are capable, why not you will get definitely into government jobs. But government job ਵਿੱਚ ਆ ਕੇ ਤੁਹਾਨੂੰ ਆਪਣਾ ਕੁਝ ਚੇਂजेस ਵੀ ਤਾਂ ਕਰਨੇ ਚਾਹੀਦੇ ਨੇ ਨਾ। If you are an officer there in a government service, then you should work for the people. If people they are not working, then what is the fun of having government job? ਗਵਰਨਮੈਂਟ ਦਾ ਆਮ ਲੋਕਾਂ ਨੂੰ ਵੀ ਬਹੁਤ ਫਾਇਦਾ ਹੁੰਦਾ ਹੈ ਕਿਉਂਕਿ ਪ੍ਰਾਈਵੇਟਾਈਜ਼ ਜੋ ਚੀਜ਼ ਹੋ ਜਾਂਦੀ ਹੈ ਉਸ ਦਾ ਜੋ ਕੀਮਤ ਹੈ ਉਹ ਵੱਧ ਜਾਂਦੀ ਹੈ। ਜੋ ਗਵਰਨਮੈਂਟ ਦੇ ਵਿੱਚ ਹੁੰਦੀ ਹੈ ਉਹਦੀ ਕੀਮਤ ਘੱਟ ਹੁੰਦੀ ਹੈ, ਤਾਂ ਕਿਤੇ ਨਾ ਕਿਤੇ ਆਮ ਲੋਕਾਂ ਨੂੰ ਤਾਂ ਇਹਦਾ ਇਫੈਕਟ ਹੋਏਗਾ ਹੀ। ਤਾਂ ਤੁਹਾਨੂੰ ਲੱਗਦਾ ਕਿ ਜੋ ਪ੍ਰਾਈਵੇਟਾਈਜੇਸ਼ਨ But ਕੀਤੀ then they have to work on the taxes part. They have to work on GST part. They have to work on income tax part. That they have to work out. ਤੁਹਾਨੂੰ ਕੀ ਲੱਗਦਾ ਹੈ ਕਿ ਕਾਂਗਰਸ ਦੇ 5 ਸਾਲ ਸੱਤਾ ਦੇ ਵਿੱਚ ਰਹੀ ਹੈ? But yeah, definitely I'm agree with the BJP is the real choice I think, अगर मेरी सजेशन की बात है, और मैं खुद पसंद करता हूँ गवर्नमेंट को, क्योंकि देश के लिए जिस भी तरीके का नया इनोवेशन है ना, इंफ्रास्ट्रक्चर चेंज हो रहा है, चीज़ें बदल रही हैं, लोगों का विश्वास बढ़ रहा है चीज़ पे। कहीं ना कहीं अगर देखा जाए तो जो एक फेयर हुआ करता था ना, वो चीज़ें ख़त्म हो रही हैं। तो कहीं ना कहीं गवर्नमेंट बीजेपी की अच्छी है और आई ऑल्सो सपोर्ट। ਇਸ ਵਾਰ ਫਿਰ ਕੀ ਲੱਗਦਾ ਹੈ ਕਿ ਕਿਸ ਦੀ ਹਵਾ ਹੈ, ਕਿਸ ਦੀ ਸਰਕਾਰ ਆ ਸਕਦੀ ਹੈ? ਆਮ ਆਦਮੀ। ਇਸ ਵਾਰ ਕਿਹਨੂੰ ਵੋਟ ਪਾ ਰਹੇ ਹੋ? ਅਕਾਲੀ ਦਲ ਨੂੰ। ਅਕਾਲੀ ਦਲ ਨੂੰ। ਹਾਂਜੀ। ਕੀ ਲੱਗਦਾ ਹੈ ਕਿਹੜੀ ਪਾਰਟੀ ਨੇ ਵੱਧ ਵਿਕਾਸ ਕੀਤਾ ਪੰਜਾਬ 'ਚ? ਅਕਾਲੀ ਦਲ ਨੇ ਕੀਤਾ ਜੀ। ਅਕਾਲੀ ਦਲ ਕਿਉਂ ਪਸੰਦ ਹੈ? 10 ਸਾਲ ਦੇਖੇ ਵਿਕਾਸ ਅਕਾਲੀ ਦਲ ਨੇ ਕੀਤਾ, ਕਾਂਗਰਸ ਨੇ ਕੀਤਾ ਹੀ ਨਹੀਂ। ਕਾਂਗਰਸ ਪਿਛਲੇ 5 ਸਾਲ ਸੱਤਾ ਦੇ ਵਿੱਚ ਰਹੀ ਹੈ, ਘਰ ਘਰ ਨੌਕਰੀ ਦਾ ਵਾਅਦਾ ਕੀਤਾ, ਗਰੀਬਾਂ ਨੂੰ ਫ੍ਰੀ ਮਕਾਨ ਦਾ ਵਾਅਦਾ ਕੀਤਾ, ਸਮਾਰਟਫੋਨ ਦਾ ਵਾਅਦਾ ਕੀਤਾ। ਕੁਝ ਨਹੀਂ ਮਿਲਿਆ। ਇਸ ਵਾਰ ਹੁਣ ਤੁਹਾਨੂੰ ਕੀ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਅਸਤੀਫਾ ਦਿੱਤਾ ਸੀ, ਸੀਐਮ ਚਰਨਜੀਤ ਸਿੰਘ ਚੰਨੀ ਆਏ, ਕਹਿੰਦੇ ਮੈਂ ਆਮ ਆਦਮੀ ਹਾਂ ਤੇ ਮੈਂ ਲੋਕਾਂ ਦੇ ਵਿੱਚ ਵਿਚਰਦਾ ਤੇ ਲੋਕ ਮੈਨੂੰ ਵੋਟ ਪਾਣ ਕਿਉਂਕਿ ਮੈਂ ਆਮ ਆਦਮੀ ਹਾਂ। ਇਸ ਬਾਰੇ ਤੁਹਾਡਾ ਕੀ ਵਿਚਾਰ ਹੈ? ਆਮ ਆਦਮੀ ਤੁਹਾਨੂੰ ਪਤਾ ਹੀ ਹੈ ਜੀ ਵੀ ਜਹਾਜ਼ 'ਚ ਰਹਿੰਦੇ ਆ ਆਪਣੇ, ਤੁਹਾਨੂੰ ਨੀਤੀਆਂ ਤਾਂ ਦਿਖਦੇ ਨਹੀਂ ਹੈਗੇ। ਹੁਣ ਇਸ ਟਾਈਮ ਜੋ ਆਮ ਆਦਮੀ ਹੈ ਨਾ, ਆ ਤੁਹਾਨੂੰ ਪਤਾ ਹੀ ਲੱਗਿਆ ਉਹਨਾਂ ਦਾ ਭਾਂਜਾ ਫੜਿਆ ਗਿਆ 10 ਕਰੋੜ 3 ਮਹੀਨਿਆਂ 'ਚ 300 ਕਰੋੜ ਅੰਦਰ ਕਰ ਲਿਆ ਉਹਨਾਂ ਨੇ। 5 ਸਾਲ ਦੇ ਤੇ ਫਿਰ ਤਾਂ ਦੇਖੋ ਅੱਧਾ ਪੰਜਾਬ ਉਹਨਾਂ ਦੇ ਘਰੇ ਲੁੱਟ ਕੇ ਖਾ ਜਾਣਗੇ। ਫਿਰ ਤੁਹਾਨੂੰ ਕੀ ਲੱਗਦਾ ਕਿਹੜੀ ਬੈਸਟ ਸਰਕਾਰ ਹੈ ਪੰਜਾਬ ਦੀ? ਵੈਸਟ ਸਰਕਾਰ ਸਾਡੇ ਲਈ ਤਾਂ ਅਕਾਲੀ ਦਲ ਹੈ ਜੀ। ਅਕਾਲੀ ਦਲ ਨੇ ਕੰਮ ਕੀਤੇ ਸਾਰਾ, ਉਹਨਾਂ ਦਾ ਕੀਤਾ, ਉਹਨਾਂ ਦਾ ਕੋਈ ਕੀਤਾ ਹੀ ਨਹੀਂ। ਇਹ ਜਿਹੜੇ ਝਾੜੂ ਵਾਲੇ ਨਵੇਂ, ਇਹਨਾਂ ਦਾ ਪਤਾ ਕੋਈ ਨਹੀਂ। ਦਿੱਲੀੋਂ ਫੈਸਲੇ ਲੈਂਦੇ ਆ, ਦਿੱਲੀ ਵਾਲੇ ਪਹਿਲਾਂ ਪੰਜਾਬ ਨੂੰ ਥੱਲੇ ਲਾ ਕੇ ਖੁਸ਼ ਹੈ। ਪੰਜਾਬ 'ਚ ਪੰਜਾਬ ਦਾ ਬੰਦਾ ਚਾਹੀਦਾ। ਸੁਖਬੀਰ ਬਾਦਲ ਪੰਜਾਬ ਦੇ ਹੀ ਹੈ। ਬਟ ਕਹਿੰਦੇ ਭਗਵੰਤ ਮਾਨ ਤਾਂ ਪੰਜਾਬ ਦਾ ਹੈ ਨਾ। ਭਗਵੰਤ ਮਾਨ ਇਕੱਲਾ ਕੀ ਕਰੂ ਜਦ ਚਾਬੀ ਉੱਪਰ ਉਹਨਾਂ ਕੋਲ ਹੈ? ਚਾਬੀ ਕੇਜਰੀਵਾਲ ਨੇ ਜਿਵੇਂ ਕਹਿਣਾ ਉਵੇਂ ਕਰਨਾ। ਹੁਣ ਬਾਦਲਾਂ ਨੂੰ ਥੋੜਾ ਕੋਈ ਕਹੂੰਗਾ ਵੀ ਇੱਦਾਂ ਕਰੋ। ਬਾਦਲਾਂ ਦਾ ਆਪ ਡਿਸੀਜਨ ਲੈਣੇ, ਭਗਵੰਤ ਮਾਨ ਤੇ ਕੇਜਰੀਵਾਲ ਨੇ ਲੈਣੇ। ਪਾਵਰ ਦਾ ਉੱਪਰ ਪਾਵਰ ਉੱਪਰ ਹੈ। ਤੁਹਾਡੇ ਤੋਂ ਵੀ ਪੁੱਛਣਾ ਚਾਹੁੰਦੇ ਆ, ਕੀ ਲੱਗਦਾ ਤੁਹਾਨੂੰ ਕਿ ਕਾਂਗਰਸ ਪਿਛਲੇ 5 ਸਾਲ ਸੱਤਾ ਦੇ ਵਿੱਚ ਰਹੀ ਹੈ, ਵਾਅਦੇ ਪੂਰੇ ਕੀਤੇ ਕਾਂਗਰਸ ਨੇ? ਘਰ ਘਰ ਨੌਕਰੀ ਦਾ ਵਾਅਦਾ ਪੂਰਾ ਕਰਤਾ, ਸਮਾਰਟਫੋਨ ਦਾ ਵਾਅਦਾ ਪੂਰਾ ਕਰਤਾ? ਨਹੀਂ ਜੀ, ਕੋਈ ਕੁਝ ਨਹੀਂ ਕੀਤਾ। ਤੁਹਾਨੂੰ ਲੱਗਦਾ ਹੀ ਕੀਤਾ ਹੋਣਾ ਸਮਾਰਟਫੋਨ ਦਾ ਵਾਅਦਾ, ਜਾਂ ਘਰ ਘਰ ਨੌਕਰੀ ਦਿੱਤੀ, ਲੱਗਦਾ ਤੁਹਾਨੂੰ? ਨੌਕਰੀਆਂ ਦੇਤੀਆਂ ਉਹਨਾਂ ਨੇ ਸਾਰਿਆਂ ਨੂੰ? ਨਾ ਜੀ, ਮੈਨੂੰ ਤਾਂ ਲੱਗਦਾ ਨਹੀਂ ਨੌਕਰੀ ਦਿੱਤੀ ਹੈ। ਬੇਰੁਜ਼ਗਾਰੀ, ਵਿਕਾਸ, ਤੁਸੀਂ ਜੇ
5 ਕਿਲੋਮੀਟਰ ਦਾ ਰਸਤਾ ਤੈਅ ਕਰਨਾ ਹੋਵੇ ਤਾਂ ਘੰਟਾ ਲੱਗ ਜਾਂਦਾ। ਤੁਸੀਂ ਦੇਖ ਸਕਦੇ ਹੋ ਹਰ ਪਾਸੇ ਰੋਡਾਂ ਟੁੱਟੀਆਂ ਪਈਆਂ। ਆ ਪੱਖਾ ਰੋਡ ਉੱਤੇ ਤੁਸੀਂ ਚੱਲ ਜਾਓ, ਮੇਨ ਸੰਘਣੀ ਆਬਾਦੀ ਆ, ਉੱਥੇ ਟ੍ਰੈਫਿਕ ਲਾਈਟ ਹੈ ਨਹੀਂ ਗੀ ਤੇ ਸਾਰਾ ਬੋਝ ਪੁਲਿਸ ਉੱਤੇ ਪਾਇਆ ਵਾ ਵੀ ਭਾਈ ਜੇ ਰਾਹੁਲ ਗਾਂਧੀ ਆਉਂਦਾ ਜਾਂ ਕੈਪਟਨ ਅਮਰਿੰਦਰ ਆਉਂਦਾ ਜਾਂ ਚੰਨੀ ਜੀ ਆਉਂਦੇ ਜਾਂ ਉੱਥੇ ਜਾ ਕੇ ਖੜ ਜਾਓ, ਪਰ ਆਮ ਲੋਕਾਂ ਨੂੰ ਉਹ ਆਪੇ ਇੱਕ ਦੂਜੇ 'ਚ ਕਹਿੰਦੇ ਆ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਆ। ਇਸੇ ਤਰ੍ਹਾਂ ਮੈਨੂੰ ਲੱਗਦਾ ਇਸ ਵਾਰ ਖਿਚੜੀ ਬਣਨੀ ਹੈ ਜੀ। ਕੀ ਲੱਗਦਾ ਤੁਸੀਂ ਕਿਹਨੂੰ ਵੋਟ ਪਾਉਣ ਵਾਲੇ ਹੋ? ਤੁਹਾਡੀ ਪਸੰਦੀਦਾ ਲੀਡਰ ਕੌਣ ਹੈ? ਮੈਂ ਤਾਂ ਜੀ ਵੋਟ ਜਿਹੜਾ ਕੋਈ ਅਜੇ ਡਿਬੇਟ ਦੇਖੂੰਗਾ ਵੀ ਲੀਡਰ ਦੀ ਕੀ ਡਿਬੇਟ ਆ, ਕੀ ਉਹ ਹਜੇ ਤੱਕ ਤਾਂ ਮੈਨੂੰ ਲੱਗਦਾ ਨੋਟਾ ਹੀ ਆ ਵੀ ਕੋਈ ਵੀ ਲੀਡਰ ਹਜੇ ਤੱਕ ਇਹ ਨਹੀਂ ਦੱਸ ਰਿਹਾ ਵੀ ਰੁਜ਼ਗਾਰ ਕਿੱਥੋਂ ਲੈ ਕੇ ਆਉਣਾ, ਵਿਕਾਸ ਕਿੱਥੋਂ ਆ। ਉਹ ਕਹਿੰਦੇ ਖਜ਼ਾਨਾ ਤਾਂ ਖਾਲੀ ਆ, ਵੀ ਵਿਕਾਸ ਕਿੱਥੋਂ ਹੋਊਗਾ। ਤੇ ਡਿਬੇਟ ਕਿਤੇ ਗਏ ਨਹੀਂ ਜਿਹਦੇ ਵਿੱਚ ਉਹ ਦੱਸਣ ਵੀ ਅਸੀਂ ਰੁਜ਼ਗਾਰ ਕਿਵੇਂ ਲਿਆਉਣਾ। ਤਾਂ ਫੋਰਡ ਦੀ ਕੰਪਨੀ ਸੀਗੀ ਉਹ ਵੀ ਭੱਜ ਗਈ ਇੱਥੋਂ, ਤੇ ਵੱਡੀਆਂ ਵੱਡੀਆਂ ਇੰਡਸਟਰੀਆਂ ਜਿਹੜੀਆਂ ਹਿਮਾਚਲ ਚਲ ਗਈਆਂ, ਕੋਈ ਗੁਜਰਾਤ ਚਲ ਗਈਆਂ ਟੈਕਸ ਕਰਕੇ। ਤੇ ਫਿਰ ਕਹਿੰਦੇ ਅਸੀਂ ਇੱਥੋਂ ਤੱਕ ਵੀ ਐਡੀ ਵੱਡੀ ਨਲਾਇਕੀ ਸਰਕਾਰਾਂ ਦੀ, ਕਹਿੰਦੇ 10 ਲੱਖ ਦਾ ਲੋਨ ਦੇਵਾਂਗੇ ਬੱਚੇ ਬਾਹਰ ਭੇਜਦੇ। ਇਹਦਾ ਮਤਲਬ ਵੋਟਰਾਂ ਨੂੰ ਸਮਝਣਾ ਚਾਹੀਦਾ ਸਰਕਾਰਾਂ ਦੇ ਹੱਥ ਖੜੇ ਹੋ, ਕਹਿੰਦੇ ਨੌਕਰੀ ਹੈ ਨਹੀਂ। ਆਪਣਾ ਜੀਵਨ ਤੁਸੀਂ ਆਪ ਕਦੇ ਦੇਖਿਆ ਦੇਸ਼ ਦਾ? ਉਹ ਕਹਿੰਦੇ ਕਿ ਅਸੀਂ 10 ਲੱਖ ਤਾਂ ਦੇ ਰਿਹਾ ਤਾਂ ਕਿ ਜੇਕਰ ਤੁਸੀਂ ਕਿਸੇ ਵਧੀਆ ਕਾਲਜ ਯੂਨੀਵਰਸਿਟੀ ਭਾਰਤ ਦੇ ਵਿੱਚ ਹੀ ਪੜ੍ਹਨਾ ਜਾਂ ਪੰਜਾਬ 'ਚ ਹੀ ਪੜ੍ਹਨਾ ਤਾਂ ਤੁਸੀਂ ਉਹ ਪੈਸਾ ਉੱਥੇ ਵੀ ਲਗਾ ਜੀ। ਮੰਨ ਲਓ ਵੀ ਤੁਸੀਂ ਘਰ 'ਚ ਰਹਿੰਦੇ ਹੋ, ਘਰ ਦੇ ਮਾਲਕ, ਮੈਂ ਤੁਹਾਨੂੰ ਕਹਾਂ ਵੀ ਆ 5 ਲੱਖ ਲਓ, ਤੁਸੀਂ ਜਾ ਕੇ ਗਵਾਂਢ ਵਾਲੇ ਘਰ 'ਚ ਰਹਿਣ ਲੱਗੇ ਲੋਨ ਦੇਦਾ, ਕੀ ਤੁਸੀਂ ਆਪਣਾ ਘਰ ਛੱਡ ਦੋਗੇ? ਇਸ ਦਾ ਮਤਲਬ ਸਰਕਾਰਾਂ ਬੁਰੀ ਤਰ੍ਹਾਂ ਫੇਲ ਨੇ। ਉਹ ਨੌਕਰੀ ਤਾਂ ਦੇਣੀ ਨਹੀਂ। ਉਹ ਕਹਿੰਦੇ ਆ ਵੀ ਲੋਕ ਬਾਹਰ ਜਾਣਾ ਪਸੰਦ ਕਰਦੇ, ਇਹ ਵੀ ਟੀਕਾ ਲਾ ਦਿਓ, ਇਹ ਮਿੱਠੀ ਗੋਲੀਆਂ ਅੱਗੇ ਵੀ ਦੇਈ ਜਾਂਦੇ ਆ। ਤੇ ਬਦਲਾਅ ਬਦਲੂ ਉਨਾ ਚਿਰ ਨਹੀਂ ਆਉਣਾ ਜਿੰਨਾ ਚਿਰ ਲੋਕਾਂ 'ਚ ਬਦਲਾਅ ਨਹੀਂ ਹੁੰਦਾ। ਜੇ ਗੱਲ ਕਰੀਏ ਆਮ ਲੋਕਾਂ ਦੀ, ਉਹਨਾਂ ਕੋਲ ਵੀ ਸਮਾਂ ਹੈ ਨਹੀਂ। ਤੁਸੀਂ ਆ ਮਾਈਕ ਲੈ ਕੇ ਚੱਲ ਜਾਓ, ਕਈ ਤਾਂ ਤੁਹਾਨੂੰ ਦੇਖ ਕੇ ਐਂ ਲੁਕ ਜਾਣਗੇ ਜਿਵੇਂ ਕੋਈ ਸ਼ੇਰ ਜਵਾਕ ਚੱਕਣਾ ਹੁੰਦਾ। ਜਦ ਕਿ ਤੁਸੀਂ ਵੋਟਰ ਹੋ, ਤੁਸੀਂ ਵੋਟ ਦਾ ਇਸਤੇਮਾਲ ਕਰੋ, ਤਾਂ ਹੀ ਤੁਸੀਂ ਬਲੇਮ ਕਰੋਗੇ। ਵੋਟ ਤੁਸੀਂ ਪਾਉਣੀ ਨਹੀਂ ਗੀ, ਫਿਰ ਤੁਸੀਂ ਕਹਿਣਾ ਸਾਨੂੰ ਆਸ ਹੀ ਨਹੀਂ। ਜੇ ਆਸ ਹੀ ਖੋ ਬੈਠੇ ਆ, ਫਿਰ ਚਾਹੇ ਕਾਂਗਰਸ ਆ ਜਾਏ ਚਾਹੇ ਆਮ ਆਦਮੀ, ਜਦ ਆਸ ਹੀ ਹੈ ਨਹੀਂ। ਆ ਤੁਸੀਂ ਹੁਣ ਇੰਟਰਵਿਊ ਕਰਦੇ ਫਿਰਦੇ ਹੋਗੇ, ਕਈਆਂ ਕੋਲ ਤੁਸੀਂ ਗਏ ਹੋਣੇ ਹੋ, ਕਈ ਤਾਂ ਤੁਹਾਨੂੰ ਦੇਖ ਕੇ ਐਂ ਭੱਜ ਗਏ, ਜਦ ਕਿ ਤੁਸੀਂ ਉਹਨਾਂ ਦੀ ਗੱਲ ਕਰਨਾ ਹੈ। ਮੀਡੀਆ ਦਾ ਹੁੰਦਾ ਚੌਥਾ ਥੰਮ, ਤੁਸੀਂ ਉਹਨਾਂ ਦੇ ਰਾਏ ਲੈਣ ਆਏ ਵੀ ਸਰਵੇ ਕਰਨਾ ਹੋ। ਮੈਕ ਨੂੰ ਦੇਖ ਕੇ ਐਂ ਭੱਜਣਗੇ ਜਿਵੇਂ ਕੋਈ ਜਵਾਕ ਚੱਕਣ ਵਾਲਾ ਫਿਰਦਾ ਹੋਵੇ। ਜਦ ਕਿ ਲੋਕਾਂ ਨੂੰ ਚਾਹੀਦਾ ਵੀ ਜੇ ਕੋਈ ਮੀਡੀਆ ਨੂੰ ਰਿਸਪੈਕਟ ਦਿਓ ਅਗਲੇ ਦੀ। ਤੁਸੀਂ ਸਵਾਲ ਤੁਹਾਨੂੰ ਪੁੱਛ ਰਿਹਾ, ਤੁਹਾਨੂੰ ਖਾਣ ਥੋੜ੍ਹਾ ਲੱਗਿਆ, ਜਾਂ ਤਾਂ ਹੋਵੇ ਤੁਹਾਨੂੰ ਕੋਈ ਇੰਨਾ ਟਫ ਸਵਾਲ ਪੁੱਛ ਰਿਹਾ, ਤੁਸੀਂ ਈਜ਼ੀ ਪੁੱਛਿਆ ਵੀ ਕਿਹਦੀ ਸਰਕਾਰ ਆ, ਤੁਸੀਂ ਕਿਹੜਾ ਧੱਕੇ ਨਾਲ ਬੁਲਾਉਣਾ। ਹੁਣ ਮੈਨੂੰ ਲੱਗਦਾ ਵੀ ਮੈਨੂੰ ਤਾਂ ਅਜੇ ਤੱਕ ਕਿਸੇ ਵੀ ਲੀਡਰ ਦੀ ਡਿਬੇਟ ਪਸੰਦ ਨਹੀਂ। ਉਹ ਕਹਿੰਦਾ ਮੈਂ ਫੜ ਕੇ ਕੈਪਟਨ ਅਮਰਿੰਦਰ ਅੰਦਰ ਕਰ ਦੇਣਾ, ਉਹ ਕਹਿੰਦਾ ਨਹੀਂ ਮੈਂ ਨਵਜੋਤ ਸਿੱਧੂ ਨੂੰ ਕਿੱਦਾਂ ਜਲੀਲ ਕਰਨਾ, ਉਹ ਕਹਿੰਦਾ ਇਹਦੇ ਵਿੱਚ ਦੱਸੋ ਵੀ ਫੜੋ ਫੜਾਈ ਦੇ ਵਿੱਚ ਸਾਡਾ ਕੀ ਭਲਾ। 10 ਚੋਂ ਨੰਬਰ ਦੇਣੇ ਹੁਣ ਕਾਂਗਰਸ ਨੂੰ ਤਾਂ ਕਿੰਨੇ ਦਿਓਗੇ ਪਿਛਲੇ 5 ਸਾਲਾਂ ਨੂੰ ਦੇਖਦੇ ਹੋਏ? ਮੈਨੂੰ ਲੱਗਦਾ ਜੀ ਜਿਸ ਹਿਸਾਬ ਨਾਲ ਮੈਂ ਦੇਖ ਰਿਹਾ ਵਾਂ ਆਪਣੇ ਸੜਕਾਂ ਦਾ ਹਾਲ, ਨੰਬਰ ਕੋਈ ਹੈ ਹੀ ਨਹੀਂਗਾ। ਜੇ 15 ਸਾਲ ਦੀ ਹਿਸਟਰੀ ਦੇ ਪਿੱਛੇ ਝਾਤ ਮਾਰ ਲਈਏ, 15 ਸਾਲ ਦੇ ਵਿੱਚ ਦੋਨਾਂ ਪਾਰਟੀਆਂ ਤੋਂ ਜਿਹੜਾ ਮੇਨ ਸਾਡਾ ਬੇਅਦਬੀ ਦਾ ਮੁੱਦਾ ਸੀਗਾ, ਕਾਂਗਰਸ ਨੇ ਕਹਿੰਦੇ ਸਹੁੰ ਖਾ ਲਈ, ਕਹਿੰਦੇ 4.5 ਸਾਲ ਤਾਂ ਸਾਡਾ ਸੀਐਮ ਹੀ ਹੈ ਨਹੀਂ ਸੀ। ਵੀ 4.5 ਸਾਲ ਤੁਹਾਡਾ ਸੀਐਮ ਹੈ ਨਹੀਂ ਸੀ, ਫਿਰ ਤੁਸੀਂ ਸੀਐਮ ਲੈ ਕੇ ਆਏ ਸੀਗੇ ਆਪਣੇ ਨਾਸਾ ਤੋਂ, ਵੀ ਨਾਸਾ ਤੋਂ ਲੈ ਕੇ ਜਦ ਕੈਪਟਨ ਅਮਰਿੰਦਰ ਸਿੰਘ ਤੁਹਾਡਾ ਸੀਐਮ, ਤੁਸੀਂ ਉਹਨਾਂ ਨੂੰ ਚੁਣਿਆ ਤਾਂ ਉਹਨਾਂ ਦੀ ਰਹਿਨਮਾਈ ਹੇਠ ਕਹਿੰਦੇ ਸੀ ਇਸ ਵਾਰ ਕੈਪਟਨ ਸਰਕਾਰ, ਹੁਣ ਚੱਲਦੇ ਇਸ ਵਾਰ ਚੰਨੀ ਸਰਕਾਰ। ਵੀ ਤੁਹਾਡੇ ਮੁੱਖ ਮੰਤਰੀ ਤੇ ਲੋਕ ਵੀ ਕਹਿ ਰਹੇ ਨਹੀਂ ਜੀ ਕੈਪਟਨ ਸਾਹਿਬ ਤਾਂ ਇਹਨਾਂ ਦੇ ਸੁਣਦੇ ਨਹੀਂ ਸੀ, ਵੀ ਜਦ ਕਿ ਇਹਨਾਂ ਦੇ ਐਮਐਲਏ ਸੀਗੇ, ਕਿਤੇ ਵਿਕਾਸ ਨਹੀਂ ਹੋਇਆ। ਉਹਨਾਂ ਨੇ ਗੋਂਗਲਾਂ ਤੋਂ ਮਿੱਟੀ ਝਾੜਤੀ ਤੇ ਲੋਕ ਭੋਲੇ ਭਾਲੇ ਉੱਦਾਂ ਹੀ ਮਗਰ ਲੱਗੀ ਨੇ। ਬਾਕੀ ਤੁਸੀਂ ਵੀ ਮੀਡੀਆ 'ਚ ਜਾਂਦੇ ਹੋਵੋਗੇ, ਲੋਕਾਂ ਨੂੰ ਪੁੱਛਦੇ ਹੋਵੋਗੇ, ਤੇ ਉਹ ਕਹਿੰਦੇ ਵੀ ਜੱਫੀਆਂ ਪਾਉਂਦੇ ਆ, ਢਾਬਿਆਂ ਤੇ ਰੋਟੀਆਂ ਖਾਂਦੇ, ਵੀ ਇਹ ਚੀਜ਼ ਨਾਲ ਕੀ ਹੋ ਜੂ, ਇਹਨਾਂ ਦਾ ਕੋਈ ਵਿਕਾਸ ਹੋ ਜੂ। ਹੁਣ ਆਪਾਂ ਬੀਜੇਪੀ ਨੂੰ ਕਈ ਵਾਰੀ ਬੰਦੇ ਮਾੜਾ ਕਹਿੰਦੇ ਆ। ਜਦੋਂ ਆਪਾਂ ਬੀਜੇਪੀ ਦੀ ਗੱਲ ਕਰੀਏ, ਆਰਐਸਐਸ, ਸਾਨੂੰ ਹੀ ਪਤਾ ਆਰਐਸਐਸ ਕੀ ਚੀਜ਼ ਆ, ਕੌਣ ਨੇ, ਕਿੱਥੋਂ ਆਏ ਨੇ। ਜਿੰਨਾ ਚਿਰ ਤੁਸੀਂ ਆਪਣੇ ਧਰਮ ਦੇ ਪੱਕੇ ਹੋ, ਤੁਹਾਨੂੰ ਕੋਈ ਵੀ ਤੁਹਾਡੇ ਧਰਮ ਤੋਂ ਚੇਂਜ ਨਹੀਂ ਕਰ ਸਕਦਾ। ਇਹ ਤਾਂ ਆਪਾਂ ਮੰਨ ਲਓ ਵੀ ਜੇ ਮੇਰਾ ਕਸੂਰ ਹੋਵੇ, ਹੁਣ ਤੁਸੀਂ ਆਏ ਹੋ ਸਵਾਲ ਕਰਨ, ਮੈਂ ਜੇ ਤਾਂ ਮੈਨੂੰ ਪੋਜ਼ਿਟਿਵ ਲਵਾਂ ਜੀ ਬਹੁਤ ਵਧੀਆ, ਤੁਸੀਂ ਆਵਾਜ਼ ਅੱਗੇ ਪਹੁੰਚਾ ਰਹੇ, ਜੇ ਮੈਂ ਪਰ ਉਹ ਛੱਡੋ ਐਵੇਂ ਮੈਕ ਚੱਕੀ ਫਿਰਦਾ ਜੀ, ਇਹਦਾ ਕੀ ਆ, ਇਹ ਨੈਗੇਟਿਵਿਟੀ ਮੈਂ ਜੱਜ ਕਰ ਰਿਹਾ। ਹੁਣ ਪ੍ਰਧਾਨ ਮੰਤਰੀ ਜੀ ਨੇ ਆਪਾਂ ਨੂੰ ਛੋਟੇ ਸਾਹਿਬਜ਼ਾਦਿਆਂ ਦਾ ਦਿਨ ਵੀ ਆਪਾਂ ਛੁੱਟੀ ਕਰਦੇ ਕਹਿ ਰਹੇ, ਛੁੱਟੀ ਦਾ ਉਹ ਵੀ ਦਵਾਤੀ, ਤੇ ਫਿਰ ਕਿਸਾਨਾਂ ਦੇ ਬਿੱਲ ਵੀ ਮੰਨ ਲਏ। ਤੇ ਜਿਹੜੇ ਹੁਣ ਸਾਡੇ ਪੰਜਾਬ ਦੇ ਲੀਡਰ ਹੈ ਤਾਂ ਪ੍ਰੋਫੈਸਰ ਦਵਿੰਦਰ ਸਿੰਘ ਜੀ ਦੀ ਰਿਹਾਈ ਜਾਂ ਸ਼ਹੀਦਾਂ ਰਿਹਾਈ ਬੋਲ ਨਹੀਂ ਰਹੇ, ਤੇ ਲੋਕ ਸਾਡੇ ਆ ਉਹ ਕਹਿੰਦੇ ਆ ਵੀ ਮੈਂ ਚੰਗਾ ਦੁਨੀਆ ਮਾੜੀ। ਬੀਜੇਪੀ ਦੀ ਸਰਕਾਰ ਤੋਂ ਖੁਸ਼ ਹੋ? ਤੁਹਾਨੂੰ ਲੱਗਦਾ ਕਿ ਪੰਜਾਬ ਚ ਆਉਣੀ ਚਾਹੀਦੀ ਹੈ? ਜੀ ਮੈਂ ਤਾਂ ਜੀ ਹਜੇ ਤੁਹਾਨੂੰ ਦੱਸਿਆ ਮੈਂ ਡਿਬੇਟ ਦੇਖ ਰਿਹਾ, ਹਜੇ ਤੱਕ ਕਿਸੇ ਵੀ ਲੀਡਰ ਦੀ ਡਿਬੇਟ ਦੇ ਵਿੱਚ, ਜਦੋਂ ਬਾਹਰ ਕੈਨੇਡਾ ਅਮਰੀਕਾ ਦੇ ਵਿੱਚ ਡਿਬੇਟ ਹੁੰਦੀ ਆ ਤਾਂ ਉਹਦੇ ਵਿੱਚ ਜਿਹੜਾ ਜਿੱਤਦਾ ਵਾ ਉਹਦਾ ਗ੍ਰਾਫ ਉੱਤੇ ਆ ਜਾਂਦਾ। ਇੱਥੇ ਤਾਂ ਲੋਕ ਕਿੱਥੋਂ ਖੁਸ਼ ਨੇ, ਮੇਰੇ ਘਰੇ ਆ ਕੇ ਮੇਰੇ ਬੱਚਿਆਂ ਨਾਲ ਫੋਟੋ ਕਰਾ ਲਓ। ਆ ਮੈਂ ਨੌਜਵਾਨਾਂ ਤੇ ਹੈਰਾਨ ਆ, ਝੰਡੀਆਂ ਚੱਕੀ, ਜੇ ਬਾਪੂ ਕਹਿ ਦੇਵੇ, ਫਾਦਰ ਕਹਿ ਦੇਵੇ ਭਾਈ ਚਾਹ ਦਾ ਗਲਾਸ ਚੱਕ ਕੇ ਫੜਾ ਦੇ,
ਪਾਣੀ ਫੜਾ ਦੇ, ਉਹਦੇ ਲਈ ਸਮਾਂ ਹੈ ਨਹੀਂ। ਆ ਲੀਡਰਾਂ ਦੀ ਝੰਡੀਆਂ ਚੱਕ ਕੇ ਖੰਭਿਆਂ ਤੇ ਬਾਂਦਰ ਵਾਂਗੂ ਚੜੇ ਫਿਰਦੇ ਨੇ। ਦੱਸੋ ਤੁਹਾਨੂੰ ਕੀ ਦੇਣਾ ਇਹਨਾਂ ਲੀਡਰਾਂ ਨੇ? ਜਿੰਨਾ ਚਿਰ ਪੰਜਾਬ ਦਾ ਵੋਟਰ, ਪੰਜਾਬ ਦਾ ਨੌਜਵਾਨ ਆਪਣੇ ਫਰਜ਼ ਨਹੀਂ ਪਛਾਣਦਾ, ਮੈਂ ਕਹਿੰਦਾ ਵੀ ਚਾਹੇ ਤੁਸੀਂ ਟਰੂਡੋ ਨੂੰ ਲਿਆ ਕੇ ਇੱਥੋਂ ਸੀਐਮ ਖੜਾ ਦਿਓ ਤਾਂ ਵੀ ਕੁਝ ਨਹੀਂ ਹੋਣਾ। ਤੁਹਾਨੂੰ ਵੀ ਪੁੱਛਣਾ ਚਾਹਾਂਗੇ, ਤੁਹਾਨੂੰ ਕੀ ਲੱਗਦਾ ਹੈ ਕਿ ਪਿਛਲੇ 5 ਸਾਲ ਕਾਂਗਰਸ ਸਰਕਾਰ ਸੱਤਾ ਦੇ ਵਿੱਚ ਰਹੀ ਹੈ, ਵਾਅਦੇ ਪੂਰੇ ਕਰਤੇ ਕਾਂਗਰਸ ਨੇ, ਖੁਸ਼ ਹੋ ਕਾਰਗੁਜ਼ਾਰੀ ਤੋਂ? ਨਹੀਂ, ਦਿਖਦਾ ਤਾਂ ਕੁਝ ਹੈ ਨਹੀਂਗਾ ਜੀ। ਸੜਕਾਂ ਦਾ ਹਾਲ ਦੇਖ ਲਓ, ਕੁਝ ਵੀ ਹੈ, ਦਿਖਦਾ ਕੁਝ ਹੈ ਨਹੀਂ। ਇਸ ਤੋਂ ਵਧੀਆ ਤਾਂ ਅਕਾਲੀ ਸੀਗੇ, ਐਟਲੀਸਟ ਕੰਮ ਤਾਂ ਮਾੜੇ ਮੋਟੇ ਹੁੰਦੇ ਸੀ। ਮਤਲਬ ਤੁਸੀਂ ਮੰਨਦੇ ਹੋ ਕਿ ਵਿਕਾਸ ਕਿਤੇ ਨਾ ਕਿਤੇ ਕਾਲੀਆਂ ਨਹੀਂ ਕੀਤਾ? ਬਿਲਕੁਲ ਬਿਲਕੁਲ ਸੀਗਾ ਜੀ, ਬਿਲਕੁਲ ਸੀਗਾ। ਹੁਣ ਕੀ ਲੱਗਦਾ ਤੁਹਾਨੂੰ ਇਸ ਵਾਰ ਅਗਲੇ 5 ਸਾਲ ਪੰਜਾਬ ਦੀ ਕਮਾਨ ਕੌਣ ਆਪਣੇ ਹੱਥਾਂ 'ਚ ਲੈ ਸਕਦਾ? ਇਹਦਾ ਨਹੀਂ ਕੁਝ ਇੰਨਾ ਹੈਗਾ, ਬਾਕੀ ਅਕਾਲੀਆਂ ਦੇ ਚਾਂਸਸ ਹੈਗੇ ਆ, ਬਾਕੀ ਦੇਖੋ। ਤੁਹਾਡੀ ਪਸੰਦੀਦਾ ਪਾਰਟੀ ਕਿਹੜੀ ਹੈ? ਸਾਰੀ ਪਸੰਦ, ਜਿਹੜਾ ਕੰਮ ਕਰਦਾ ਸਾਰੇ ਵਧੀਆ ਸਾਰੇ। ਤੁਹਾਨੂੰ ਕੀ ਲੱਗਦਾ ਕਿ ਵਿਕਾਸ ਹੋਰ ਕਿਹੜੇ-ਕਿਹੜੇ ਮੁੱਦੇ ਆ ਪੰਜਾਬ ਦੇ ਜਿਹੜੇ ਐਡਰੈਸ ਹੋਣੇ ਚਾਹੀਦੇ? ਕਾਫੀ ਕੁਛ ਹੈ, ਬੇਰੋਜ਼ਗਾਰੀ ਹੈ, ਆਪਣਾ ਸਟੱਡੀ ਹੈ, ਮੈਡੀਕਲ ਹੈ, ਜੌਬਸ ਵਗੈਰਾ ਮਿਲਣੀਆਂ ਚਾਹੀਦੀਆਂ ਨੇ। ਐਸਐਸ ਗਲੋਬਲ ਚੋਣ ਅਖਾੜੇ ਦੇ ਵਿੱਚ ਅਸੀਂ ਲੋਕਾਂ ਨਾਲ ਗੱਲਬਾਤ ਕਰ ਰਹੇ ਹਾਂ। ਕਿਹਨੂੰ ਇਸ ਵਾਰ ਵੋਟ ਪਾ ਰਹੇ ਹੋ? ਕੀ ਲੱਗਦਾ ਸਿਆਸੀ ਮਾਹੌਲ ਕਿਹੋ ਜਿਹਾ? ਮੈਂ ਕੇਜਰੀਵਾਲ ਨੂੰ ਵੋਟ ਪਾਵਾਂਗਾ ਜੀ, ਆਪ ਨੂੰ। ਪਿਛਲੇ 5 ਸਾਲ ਕਾਂਗਰਸ ਸੱਤਾ ਦੇ ਵਿੱਚ ਰਹੀ ਹੈ, ਤੁਹਾਨੂੰ ਕੀ ਲੱਗਦਾ ਕਿ ਕਾਂਗਰਸ ਨੇ ਆਪਣੇ ਕੀਤੇ ਵਾਅਦੇ ਪੂਰੇ ਕਰ ਦਿੱਤੇ? ਨਹੀਂ, ਮੈਂ ਸੰਤੁਸ਼ਟ ਨਹੀਂ ਹੈਗਾ ਨਾ ਕਾਂਗਰਸ ਤੋਂ। ਵਿਕਾਸ ਕਿਹੜੀ ਪਾਰਟੀ ਨੇ ਵਾਅਦੇ ਕੀਤੇ ਦੋਨਾਂ ਚੋਂ? ਵਿਕਾਸ ਮੈਨੂੰ ਤਾਂ ਲੱਗੇ ਨਹੀਂ, ਕਿਉਂਕਿ ਮੈਂ ਜਿਹੜਾ ਹਾਂ ਪੇਰੈਂਟਸ ਐਸੋਸੀਏਸ਼ਨ ਪ੍ਰਾਈਵੇਟ ਸਕੂਲ ਦੇ ਨਾਲ ਸੰਬੰਧਿਤ ਹਾਂ, ਔਰ ਮੈਂ BCM ਸਕੂਲ ਬਸੰਤ ਸਿਟੀ ਦਾ ਪ੍ਰੈਜ਼ੀਡੈਂਟ ਹਾਂ ਪੇਰੈਂਟਸ ਐਸੋਸੀਏਸ਼ਨ ਦਾ। ਤੁਹਾਨੂੰ ਕੀ ਲੱਗਦਾ ਕਿ ਵਿਕਾਸ ਨਹੀਂ ਹੋਇਆ? ਨਾ ਤਾਂ ਸਾਡਾ ਬੱਚਿਆਂ ਦਾ ਜਿਹੜਾ ਆ ਪ੍ਰਾਈਵੇਟ ਸਕੂਲਾਂ ਦਾ ਹੱਲ ਨਾ ਕੀਤਾ ਕਾਂਗਰਸ ਨੇ, ਔਰ ਸਾਨੂੰ ਆਸ ਹੈਗੀ ਸਿਰਫ ਕੇਜਰੀਵਾਲ ਤੇ, ਕਿਉਂਕਿ ਦਿੱਲੀ ਦਾ ਜੋ ਪੈਟਰਨ ਹੈ ਔਰ ਦਿੱਲੀ ਦੇ ਜਿਵੇਂ ਉਹਨਾਂ ਨੇ ਸਕੂਲ ਬਣਾਏ ਨੇ ਆਪਣੇ, ਤਾਂ ਸਾਨੂੰ ਇਹ ਆਸ ਹੈ ਕਿ ਉਹ ਉਸੇ ਲੈਵਲ ਤੇ ਸਾਨੂੰ ਨਿਆਂ ਮਿਲੂਗਾ ਉਹਨਾਂ ਦੇ ਰਾਹੀਂ। ਇਸ ਲਈ ਲੋਕ ਕਹਿੰਦੇ ਨੇ ਕਿ ਪੰਜਾਬ ਦੀ ਗੱਲ ਕਰ ਲਈਏ ਤਾਂ ਅਸੀਂ ਪੰਜਾਬ ਦਾ ਮੁੱਖ ਮੰਤਰੀ, ਹਾਲਾਂਕਿ ਸੀਐਮ ਫੇਸ ਭਗਵੰਤ ਮਾਨ ਨੇ, ਪਰ ਕਹਿੰਦੇ ਪਾਵਰ ਤਾਂ ਕੇਜਰੀਵਾਲ ਦੇ ਹੱਥ ਵਿੱਚ ਹੈ, ਚਾਬੀ ਉਹਨਾਂ ਨੂੰ ਘੁਮਾਉਣੀ ਹੈ। ਸਾਨੂੰ ਉਹ ਬੰਦਾ ਚਾਹੀਦਾ ਹੈ ਜੋ ਪੰਜਾਬ ਦੇ ਲੋਕਾਂ ਨਾਲ ਵਿਚਰਿਆ ਹੋਏ, ਜੋ ਆਪ ਪੰਜਾਬੀ ਹੋਏ। ਦੇਖੋ, ਗੱਲ ਇਦਾਂ ਆ ਕਿ ਹਰ ਚੀਜ਼ ਦਾ ਦੋ ਪਹਿਲੂ ਹੁੰਦੇ ਨੇ, ਇਕੱਲਾ ਬੰਦਾ ਕੋਈ ਵੀ ਨਹੀਂ ਕੁਝ ਕਰ ਸਕਦਾ। ਅਸੀਂ ਅਗਰ ਪੇਰੈਂਟਸ ਐਸੋਸੀਏਸ਼ਨ ਦਾ ਮੈਂ ਪ੍ਰੈਜ਼ੀਡੈਂਟ ਹਾਂ, ਤਾਂ ਮੈਂ ਵੀ ਆਪਣੇ ਇੱਕ ਪੂਰੀ ਟੀਮ ਨਾਲ ਲੈ ਕੇ ਟੀਮ ਵਰਕ ਕਰਦਾ ਹਾਂ। ਕਹਿੰਦੇ ਦਿੱਲੀ ਮਾਡਲ ਦੀ ਤੁਸੀਂ ਗੱਲ ਕੀਤੀ, ਤਾਂ ਉਹ ਕਹਿੰਦੇ ਕਿ ਜਿਹੜੇ ਲੋਕ ਪੰਜਾਬ ਦੇ ਵਿੱਚ ਤਸਵੀਰਾਂ ਦੇਖ ਰਹੇ ਨੇ ਉਹ ਜਾਲੀ ਨੇ, ਰਿਐਲਿਟੀ ਵਿੱਚ ਜਾ ਕੇ ਦੇਖੋ ਤਾਂ ਦਿੱਲੀ ਮਾਡਲ ਕੋਈ ਦਿੱਲੀ ਮਾਡਲ ਨਹੀਂ ਹੈਗਾ। ਬੁਰੀ ਹਾਲਤ ਹੈ ਹੈਲਥ ਇਨਫਰਾਸਟ੍ਰਕਚਰ ਦੀ, ਤੇ ਐਜੂਕੇਸ਼ਨਲ ਇੰਸਟੀਚਿਊਟਸ ਦੀ ਗੱਲ ਕਰ ਲਈਏ ਤਾਂ ਬਿਲਕੁਲ ਜ਼ੀਰੋ ਨੇ। ਸਿਰਫ ਕੇਜਰੀਵਾਲ ਕਹਿੰਦੇ ਹੋਏ ਨਜ਼ਰ ਆਉਂਦੇ ਨੇ, ਵਿਰੋਧੀ ਪਾਰਟੀਆਂ ਇਸ ਤਰ੍ਹਾਂ ਦੇ ਤੰਜ ਕੱਸਦੀਆਂ ਨਜ਼ਰ ਆਉਂਦੀਆਂ। ਨਹੀਂ, ਬਿਲਕੁਲ ਇੱਕਦਮ ਇਹ ਗਲਤ ਗੱਲ ਹੈ, ਠੀਕ ਹੈ, ਕਿਉਂਕਿ ਮੈਂ ਖੁਦ ਜਿਹੜਾ ਤਿਲਕ ਨਗਰ ਤਕਰੀਬਨ ਮਹੀਨੇ 'ਚ ਇੱਕ ਅੱਧੀ ਵਾਰੀ ਜਾਂਦਾ ਹੀ ਰਹਿਣਾ, 2 ਮਹੀਨੇ ਬਾਅਦ, ਔਰ ਮੈਂ ਹਰ ਚੀਜ਼ ਦੇਖਦਾ ਉੱਥੇ ਕੀ ਡਿਵੈਲਪਮੈਂਟ ਹੈ। ਔਰ ਖੁਦ ਵਿਜੇ ਗੋਇਲ ਜੀ ਜੋ BJP ਦੇ ਉੱਥੇ ਦੇ ਆਪੋਜੀਸ਼ਨ ਦੇ ਲੀਡਰ ਨੇ, ਠੀਕ ਹੈ, ਆਪਣੀ ਅਸੈਂਬਲੀ ਦੇ ਵਿੱਚ, ਉਹ ਖੁਦ ਮੰਨਦੇ ਨੇ ਕਿ ਜੋ ਕੇਜਰੀਵਾਲ ਕਰ ਰਿਹਾ ਬਹੁਤ ਵਧੀਆ ਕਰ ਰਿਹਾ, ਪਰ ਅਸੀਂ ਆਪੋਜੀਸ਼ਨ ਪਾਰਟੀ ਹੋਣ ਕਰਕੇ ਅਸੀਂ ਜਿਹੜਾ ਆ ਉਹ ਸਹੀ ਤਰ੍ਹਾਂ ਨਾਲ ਬੋਲਦੇ ਨਹੀਂ ਹੈਗੇ, ਕਹਿ ਨਹੀਂ ਪਾਉਂਦੇ। ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਤੋਂ ਹਾਲਾਂਕਿ ਲੋਕ ਬੇहद ਖੁਸ਼ ਨਜ਼ਰ ਨਹੀਂ ਆ ਰਹੇ। ਜਸਨੂਰ, ਤੁਸੀਂ ਵੀ ਗੱਲਬਾਤ ਕੀਤੀ ਹੈ, ਲੋਕਾਂ ਨੇ ਬਹੁਤ ਸਾਰੀਆਂ ਸ਼ਿਕਾਇਤਾਂ ਕੀਤੀਆਂ ਨੇ। ਜੀ, ਵਿਕਾਸ ਦੀ ਗੱਲ ਕਰ ਲਈਏ ਤਾਂ ਕਹਿੰਦੇ ਕਿ ਵਿਕਾਸ ਤਾਂ ਦੇਖਣ ਨੂੰ ਹੀ ਨਹੀਂ ਮਿਲਿਆ। ਸ਼ਾਇਦ ਅਸੀਂ ਭੁੱਲ ਗਏ ਕਿ 5 ਸਾਲਾਂ ਦੇ ਵਿੱਚ ਵਿਕਾਸ ਦੀ ਡੈਫੀਨੇਸ਼ਨ ਕੀ ਹੁੰਦੀ ਹੈ। ਪਹਿਲਾ ਜੋ ਪੈਰਾਮੀਟਰ ਹੈ ਉਹ ਹੁੰਦਾ ਸੜਕਾਂ ਬਣਾਈਆਂ ਗਈਆਂ ਕਿ ਨਹੀਂ, ਤੇ ਲੁਧਿਆਣੇ ਦੀ ਸਮਾਰਟ ਸਿਟੀ ਦੀ ਜਿਸ ਤਰ੍ਹਾਂ ਬੁਰੀ ਹਾਲਤ ਦੇਖਣ ਨੂੰ ਮਿਲੀ ਹੈ ਪਿਛਲੇ 5 ਸਾਲਾਂ ਦੇ ਵਿੱਚ, ਤਾਂ ਲੁਧਿਆਣਵੀ ਬੇहद ਨਾਰਾਜ਼ ਨੇ, ਬੇहद ਪਰੇਸ਼ਾਨ ਨੇ, ਤੇ ਇਸ ਵਾਰ ਕਹਿ ਰਹੇ ਨੇ ਕਿ ਹੁਣ 20 ਫਰਵਰੀ ਨੂੰ ਅਸੀਂ ਦੱਸਾਂਗੇ। ਹਾਲਾਂਕਿ ਡਿਸਕਲੋਜ਼ ਨਹੀਂ ਕਿਸੇ ਨੇ ਖਾਸ ਕੀਤਾ, ਪਰ ਕਾਂਗਰਸ ਦੀ ਕਾਰਗੁਜ਼ਾਰੀ ਦੀ ਗੱਲ ਕਰ ਲਈਏ ਤਾਂ ਨਾਰਾਜ਼ ਨਜ਼ਰ ਆਏ ਨੇ ਲੋਕ। ਤਾਂ ਇਹ ਕਹਿ ਰਹੇ ਨੇ ਕਿ ਹੁਣ 20 ਫਰਵਰੀ ਨੂੰ ਅਸੀਂ ਆਪਣਾ ਓਪੀਨੀਅਨ ਦੇ ਕੇ ਵੋਟ ਪਾ ਕੇ 10 ਮਾਰਚ ਨੂੰ ਨਤੀਜੇ ਆਣਗੇ, ਉਹ ਤੈਅ ਕਰਨਗੇ ਕਿ ਆਖਿਰਕਾਰ ਪੰਜਾਬ ਦੀ ਕਮਾਨ ਅਗਲੇ 5 ਸਾਲਾਂ ਲਈ ਕੌਣ ਆਪਣੇ ਹੱਥਾਂ ਦੇ ਵਿੱਚ ਲੈਣ ਵਾਲਾ, ਰਾਜ ਗੱਦੀ ਤੇ ਕੌਣ ਬਹਿਣ ਵਾਲਾ। ਕਿਉਂਕਿ ਪਿਛਲੇ 5 ਸਾਲ ਜਿਸ ਤਰ੍ਹਾਂ ਦੇ ਰਹੇ ਨੇ, ਕਿਉਂਕਿ ਕਾਂਗਰਸ ਦੇ ਵਿੱਚ ਤਾਂ ਆਪਣਾ ਕਾਟੋ ਕਲੇਸ਼ਨ ਹੀ ਮੁੱਕਣ ਦਾ ਨਾਮ ਲੈ ਰਿਹਾ ਸੀਗਾ, ਕਿ ਇਹ ਗੱਲ ਲੋਕਾਂ ਨੇ ਵੀ ਅੱਗੇ ਰੱਖੀ, ਆਪਣਾ ਪੱਖ ਅੱਗੇ ਰੱਖਿਆ ਕਿ ਨਾਰਾਜ਼ਗੀਆਂ ਜੋ ਕਾਂਗਰਸ ਦੇ ਵਿੱਚ ਚੱਲ ਰਹੀਆਂ ਨੇ ਉਹ ਲੋਕਾਂ ਨੂੰ ਵੀ ਨਾਰਾਜ਼ ਕਰ ਰਹੀਆਂ ਨੇ, ਤੇ ਕਿਤੇ ਨਾ ਕਿਤੇ ਇੱਕ ਪਾਰਟੀ ਸਟੈਬਿਲਿਟੀ ਚਾਹੀਦੀ ਹੈ ਸਾਨੂੰ। ਜਸਨੂਰ, ਹੁਣ ਗਲੀਆਂ, ਸੜਕਾਂ, ਨਾਲਿਆਂ ਤੋਂ ਸਾਨੂੰ ਉੱਪਰ ਉੱਠ ਕੇ ਐਜੂਕੇਸ਼ਨ ਨੂੰ ਲੈ ਕੇ ਸਵਾਲ ਪੁੱਛਣੇ ਚਾਹੀਦੇ ਨੇ। ਤੁਹਾਡੇ ਦਰਾਂ ਤੇ ਲੀਡਰ ਆ ਰਹੇ ਨੇ ਵੋਟ ਮੰਗਣ ਦੇ ਲਈ, ਤੁਹਾਡੇ ਅੱਗੇ ਹੱਥ ਜੋੜੇ ਜਾ ਰਹੇ ਨੇ, ਔਰ ਇਹ ਹੱਥ ਸਿਰਫ ਉਦੋਂ ਜੋੜੇ ਜਾਂਦੇ ਨੇ ਜਦੋਂ ਚੋਣਾਂ ਨਜ਼ਦੀਕ ਹੁੰਦੀਆਂ ਨੇ। ਹੈਲਥ ਨੂੰ ਲੈ ਕੇ ਸਵਾਲ ਪੁੱਛੋ, ਸਿੱਖਿਆ ਨੂੰ ਲੈ ਕੇ ਸਵਾਲ ਪੁੱਛੋ, ਸਾਡੀਆਂ ਮੁੱਢਲੀਆਂ ਸਹੂਲਤਾਵਾਂ ਜਿਹੜੀਆਂ ਨੇ, ਅਸੀਂ ਸਹੂਲਤਾਵਾਂ ਤੋਂ ਵਾਂਝੇ ਰਹਿੰਦੇ ਹਾਂ, ਤਾਂ ਅਗਲੇ 5 ਸਾਲ ਤੁਹਾਨੂੰ ਪਛਤਾਣਾ ਨਾ ਪਵੇ, ਇਹ ਸੋਚ ਕੇ ਵੋਟ ਪਾਈਓ, ਅਵੇਅਰ ਹੋ ਕੇ ਵੋਟ ਪਾਈਓ। ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਤੁਸੀਂ 20 ਤਰੀਕ ਨੂੰ ਕਰਨਾ, ਔਰ 10 ਮਾਰਚ ਨੂੰ ਜਦੋਂ ਨਤੀਜੇ ਐਲਾਨੇ ਜਾਣੇ ਨੇ, ਇਹ ਯਾਦ ਰੱਖਿਓ ਕਿ ਤੁਹਾਨੂੰ